ਪਦ ਪੰਕਜ ਬੰਦਨਾ। ਸਿਮਰਾਂ ਅੰਗਦ ਦੁਖ ਨਿਕੰਦਨਾ। ਅਮਰ ਦਾਸ ਗੁਰ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵਉ। ਸ਼੍ਰੀ ਅਰਜਨ ਬਿਘਨਨ ਕੇ ਨਾਸਕਾ, ਬਿਘਨਨ ਕੇ ਨਾਸਕਾ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕਾ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਹਾਰੋਂ ਤਹਾਰਾ ਭਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾ, ਬੰਦਾਂ ਕਰ ਅਨੁਰਾਗਾ। ਏਕ ਓੰਕਾਰਾ ਸਤਿਗੁਰੂ, ਤਹਿ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵੇਗਾਨਾ ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵੇਗਾਨਾ ਵਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਚਤੁਰ ਘਾਟੀ ਬੀਤੀ ਇਸ ਭਾਂਤ, ਗੁਰੂ ਉਪਦੇਸ਼ਨ ਕੀ ਕਹਿ ਬਾਤ। ਇਤਨੇ ਮਹਿ ਜੈ ਸਿੰਘ ਸਵਾਈ, ਆਏ ਨਿਕਟ ਨਿਜ ਗਰੀਵ ਨਿਵਾਈ। ਚਤੁਰ ਘਾਟੀ ਬੀਤੀ ਇਸ ਭਾਂਤ, ਗੁਰੂ ਉਪਦੇਸ਼ਨ ਕੀ ਕਹਿ ਬਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਕਰੁਣਾ ਨਿਧਾਨ ਜੁਗਹੁ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਿਕ, ਹਾਲਤ ਪਲਤ ਕੇ ਰਖਿਅਕ। ਵਾਲੀਏ ਦੋ ਜਹਾਨ, ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਦਿਨ ਦੇ ਚੌਥੇ ਪਹਿਰ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ
ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਦੀ ਪਾਵਨ ਧਰਤੀ ਤੇ ਪਾਤਸ਼ਾਹ ਜੀ ਮਹਾਰਾਜ ਵਿਰਾਜਮਾਨ ਹਨ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਲੋਕਾਂ ਦਾ ਰੋਗ ਜਦੋਂ ਖੰਡਨ ਕਰਨਾ ਕੀਤਾ, ਦੁਖੀਆਂ ਦਾ ਸ਼ੋਕ ਮਹਾਰਾਜ ਜੀ ਨੇ ਮਿਟਾਇਆ ਹੈ, ਉਸ ਵੇਲੇ ਸਾਧ ਸੰਗਤ ਜੀ ਦਿੱਲੀ ਦੇ ਵਿੱਚ ਸਤਿਗੁਰੂ ਮਹਾਰਾਜ ਜੀਆਂ ਦਾ ਬਹੁਤ ਜ਼ਿਆਦਾ ਜਸ ਹੋ ਰਿਹਾ। ਸਤਿਗੁਰੂ ਮਹਾਰਾਜ ਜੀ ਦੀ ਕੀਰਤੀ ਘਰ ਘਰ ਦੇ ਵਿੱਚ ਛਾ ਗਈ ਤੇ ਬਹੁਤ ਸਾਰੇ ਜਿਹੜੇ ਰਾਮ ਰਾਏ ਨੂੰ ਮੰਨਣ ਵਾਲੇ ਵੀ ਜੋ ਲੋਕ ਸਨ, ਇਹ ਵੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਭਵਰੇ ਬਣਦੇ ਜਾ ਰਹੇ ਸਨ। ਇਹਨਾਂ ਨੇ ਵੀ ਮਹਾਰਾਜ ਜੀ ਦੇ ਪਾਸਿਓਂ ਜਦੋਂ ਸਿੱਖੀ ਨੂੰ ਧਾਰਨ ਕਰਨਾ ਕੀਤਾ, ਇਹ ਵੇਖ ਕਰਕੇ ਰਾਮ ਰਾਏ ਜੋ ਹੈ ਉਹ ਬਹੁਤ ਜ਼ਿਆਦਾ ਸੜ ਪਲ ਗਿਆ, ਬਹੁਤ ਜ਼ਿਆਦਾ ਉਹਨੇ ਖੁੰਨਸ ਖਾਧੀ ਹੈ। ਤਰ੍ਹਾਂ ਤਰ੍ਹਾਂ ਦੇ ਨਾਲ ਈਰਖਾ ਦਵੈਕ ਸਤਿਗੁਰੂ ਮਹਾਰਾਜ ਜੀ ਦੇ ਨਾਲ ਰਾਮ ਰਾਏ ਕਰ ਰਿਹਾ ਹੈ। ਸਰਕਾਰੀ ਦਰਬਾਰੀ ਜਾ ਕਰਕੇ ਬਾਰ-ਬਾਰ ਬਾਦਸ਼ਾਹ ਦੇ ਕੰਨ ਆਦਿਕ ਭਰਦਾ ਰਹਿੰਦਾ ਤੇ ਦੂਜੇ ਪਾਸੇ ਸਤਿਗੁਰੂ ਮਹਾਰਾਜ ਜੀ ਨੂੰ ਜਦੋਂ ਪਤਾ ਚੱਲਿਆ ਕਿ ਇਹ ਇਸ ਤਰ੍ਹਾਂ ਕੁਟਿਲ ਚਾਲਾਂ ਚੱਲ ਰਿਹਾ, ਸਤਿਗੁਰੂ ਮਹਾਰਾਜ ਨੇ ਕਿਹਾ ਕੋਈ ਨਹੀਂ ਭਾਈ, ਤੇ ਜੋ ਜਿਹੋ ਜਿਹੇ ਕਰਮ ਕਰੇਗਾ ਉਹਨੂੰ ਉਹੋ ਜਿਹੇ ਫਲ ਦੀ ਪ੍ਰਾਪਤੀ ਹੋਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰੂ ਘਰ ਦੇ ਵਿੱਚ ਬੈਠੇ ਹੋਏ ਹਨ। ਜਦੋਂ ਗੁਰੂ ਕੇ ਸਿੱਖ ਸੇਵਕ ਆਦਿਕ ਆਏ, ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਪਾਵਨ ਉਪਦੇਸ਼ ਦੀ ਬਖਸ਼ੀਸ਼ ਕਰਨੀ ਕੀਤੀ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਦੇਖੋ ਰਾਮ ਰਾਏ ਦੇ ਮਨ ਦੇ ਵਿੱਚ ਈਰਖਾ ਹੈ, ਦਵੈਖ ਹੈ। ਇਹ ਅਸਲ ਦੇ ਵਿੱਚ ਈਰਖਾ ਬੰਦੇ ਦੇ ਮਨ ਦੇ ਵਿੱਚ ਕਦੋਂ ਆਉਂਦੀ ਹੈ? ਜਦੋਂ ਉਹ ਰੱਬ ਦਾ ਭਾਣਾ ਜਿਹੜਾ ਹੈ ਉਹਨੂੰ ਵਿਸਾਰ ਦਿੰਦਾ, ਭਾਣੇ ਨੂੰ ਸਤ ਕਰਕੇ ਜਦੋਂ ਨਹੀਂ ਮੰਨਦਾ, ਉਸ ਵੇਲੇ ਮਨ ਦੇ ਵਿੱਚ ਈਰਖਾ ਦਵੈਖ ਆਦਿਕ ਦਾ ਜਨਮ ਹੁੰਦਾ। ਜਿਨ੍ਹਾਂ ਗੁਰਮੁਖਾਂ ਨੇ ਪਰਮਾਤਮਾ ਦੇ ਭਾਣੇ ਨੂੰ ਸਤ ਕਰਕੇ ਮੰਨਣਾ ਕੀਤਾ, ਭਾਵੇਂ ਦੁੱਖ ਆਵੇ ਭਾਵੇਂ ਸੁੱਖ ਆਵੇ, ਉਹ ਭਾਣਾ ਮੰਨਦੇ ਹਨ, ਭਾਣੇ ਦੇ ਵਿੱਚ ਰਾਜੀ ਰਹਿੰਦੇ ਹਨ, ਉਹ ਸਦਾ ਆਨੰਦਿਤ ਰਹਿੰਦੇ ਹਨ। ਉਹਨਾਂ ਤੱਕ ਕੋਈ ਵੀ ਦੁੱਖ ਆਦਿਕ ਪਹੁੰਚ ਨਹੀਂ ਸਕਦਾ। ਤੇ ਇਹੋ ਜਿਹੇ ਗੁਰਮੁਖ ਪਿਆਰੇ ਜੋ ਹਨ, ਭਾਣਾ ਮੰਨ ਕਰਕੇ ਆਪਣਾ ਲੋਕ ਸੁਖੀ ਅਤੇ ਆਪਣਾ ਪਰਲੋਕ ਜਿਹੜਾ ਹੈ ਇਹ ਗੁਰਮੁਖ ਪਿਆਰੇ ਉਹ ਸੁਹੇਲਾ ਕਰ ਲੈਂਦੇ ਹਨ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਨੇ ਗੁਰੂ ਕੀ ਜਿਹੜੀ ਸੰਗਤ ਹੈ ਉਹਨਾਂ ਨੂੰ ਉਪਦੇਸ਼ ਦੀ ਬਖਸ਼ੀਸ਼ ਕਰਨੀ ਕੀਤੀ ਤੇ ਮਹਾਰਾਜ ਜੀ ਨੇ ਕਿਹਾ ਕਿ ਇਹ ਭਾਣਾ ਮੰਨਣ ਦੀ ਜਾਚ ਜਦੋਂ ਆਪਾਂ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹਾਂ, ਸਦਾ ਉਹਦਾ ਸ਼ੁਕਰ ਕਰਦੇ ਹਾਂ, ਉਹਨੂੰ ਯਾਦ ਕਰਦੇ ਹਾਂ, ਫਿਰ ਇਹ ਸਿਮਰਨ ਦੇ ਵਿੱਚੋਂ ਭਾਣਾ ਮੰਨਣ ਦੀ ਪਰਮਾਤਮਾ ਫਿਰ ਉਹਨਾਂ ਦੇ ਅੰਦਰ ਸ਼ਕਤੀ ਭਰਦਾ ਹੈ। ਫਿਰ ਉਹ ਗੁਰਮੁਖ ਪਿਆਰੇ ਨਾਮ ਬਾਣੀ ਦਾ ਜਾਪ ਕਰ ਕਰਕੇ ਇਹਨੂੰ ਸਰਵਣ ਕਰਨਾ ਕੀਤਾ ਸੀ। ਇਸ ਤੋਂ ਅਗਲੀ ਜੋ ਆਉਣ ਵਾਲੀ ਕਥਾ ਆਪਾਂ ਸ਼ਰਧਾ ਭਾਵਨਾ ਦੇ ਨਾਲ ਉਹਨੂੰ ਸਰਵਣ ਕਰਨਾ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਪਾਵਨ ਦਰ ਘਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਅਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਵਾਹਿਗੁਰੂ ਜੀ। ਚਤੁਰ ਘਟੀ ਬੀਤੀ ਇਸ ਭਾਂਤ। ਇਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਦੋਂ ਸੰਗਤਾਂ ਨੂੰ ਪਾਵਨ ਉਪਦੇਸ਼ ਦੀ ਬਖਸ਼ੀਸ਼ ਕਰ ਰਹੇ ਸਨ,
ਇਸ ਤਰ੍ਹਾਂ ਕਰਦਿਆਂ ਕਰਦਿਆਂ 4 ਘੜੀਆਂ ਜਦੋਂ ਬਤੀਤ ਹੋ ਗਈਆਂ। ਗੁਰ ਉਪਦੇਸ਼ਨ ਕੀ ਕਹਿ ਬਾਤ। ਗੁਰ ਉਪਦੇਸ਼, ਸਤਿਗੁਰੂ ਮਹਾਰਾਜ ਜੀ ਨੇ ਉਪਦੇਸ਼ ਦੀ ਗੱਲ ਕਰਨੀ ਕੀਤੀ। ਭਾਵ ਕਿ ਸਿੱਖਾਂ ਦੇ ਤਾਈਂ ਆਪਣਾ ਪਾਵਨ ਉਪਦੇਸ਼ ਉਹ ਦ੍ਰਿੜ ਕਰਵਾਉਣਾ ਕੀਤਾ। ਇਤਨੇ ਮਹਿ ਜੈ ਸਿੰਘ ਸਵਾਈ। ਇਹਦੇ ਵਿੱਚ ਸਾਧ ਸੰਗਤ ਜੀ ਸਵਾਈ ਜੈ ਸਿੰਘ ਜਿਹੜਾ ਨਾ ਮਿਰਜ਼ਾ ਜੈ ਸਿੰਘ ਇਹ ਚੱਲ ਕਰਕੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ, ਭਾਵ ਕਿ ਜੋ ਪਾਵਨ ਅਸਥਾਨ ਜਿੱਥੇ ਮਹਾਰਾਜ ਜੀ ਨੇ ਡੇਰਾ ਕੀਤਾ ਉਹ ਅਸਥਾਨ ਦਾ ਨਾਮ ਬੰਗਲਾ ਸਾਹਿਬ ਆ। ਇਹ ਬੰਗਲਾ ਅਸਲ ਦੇ ਵਿੱਚ ਰਾਜੇ ਜੈ ਸਿੰਘ ਦਾ ਸੀ। ਬਾਅਦ ਦੇ ਵਿੱਚ ਇਹਨੇ ਇਹ ਬੰਗਲਾ ਜਿਹੜਾ ਹੈ ਇਹ ਸਿੱਖਾਂ ਨੂੰ ਦੇ ਦਿੱਤਾ ਤੇ ਬਾਅਦ ਵਿੱਚ ਉੱਥੇ ਗੁਰਦੁਆਰਾ ਸਾਹਿਬ ਬਣ ਗਿਆ, ਜਿਹਨੂੰ ਅੱਜ ਆਪਾਂ ਗੁਰਦੁਆਰਾ ਬੰਗਲਾ ਸਾਹਿਬ ਕਹਿ ਕਰਕੇ ਆਪਾਂ ਯਾਦ ਕਰਦੇ ਹਾਂ, ਸਤਿਕਾਰ ਕਰਦੇ ਹਾਂ। ਇਹ ਉਹਦਾ ਬੰਗਲਾ ਸੀ ਤੇ ਰਾਜਾ ਜੈ ਸਿੰਘ ਜਿਹੜਾ ਆਪਣੇ ਬੰਗਲੇ ਦੇ ਵਿੱਚ ਆਇਆ। ਆਏ ਨਿਕਟ ਨਿਜ ਗਰੀਵ ਨਿਵਾਈ। ਜਿੱਥੇ ਸਤਿਗੁਰੂ ਮਹਾਰਾਜ ਜੀ ਦਾ ਨਿਵਾਸ ਅਸਥਾਨ ਸੀ ਨਾ, ਉੱਥੇ ਆ ਕਰਕੇ ਜੈ ਸਿੰਘ ਨੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਣਾ ਕੀਤਾ, ਸੀਸ ਨਿਵਾਉਣਾ ਕੀਤਾ। ਜੋ ਸਤਿਗੁਰ ਕੇਰ ਸਮੀਪ। ਆ ਕਰਕੇ ਮਹਾਰਾਜ ਜੀ ਦੇ ਕੋਲ ਆ ਕਰਕੇ ਇਹ ਗੁਰਮੁਖ ਪਿਆਰਾ ਬੈਠ ਗਿਆ। ਬਨ ਬਿਲੋ ਕਿਉ ਮਹਾ ਮਹੀਪ। ਸਾਰਿਆਂ ਨੇ ਵੇਖਿਆ ਕਿ ਭਾਈ ਇੰਨਾ ਵੱਡਾ ਇਹ ਰਾਜਾ ਕੋਈ ਛੋਟਾ ਮੋਟਾ ਨਹੀਂ ਹੈ। ਪੂਰਾ ਸਾਧ ਸੰਗਤ ਜੀ ਇਹ ਰਾਜਪੂਤਾਨਾ ਇਲਾਕਾ ਜਿਹੜਾ ਹੈ, ਅੱਜ ਵੀ ਦੇਖੋ ਰਾਜਸਥਾਨ ਦੀ ਰਾਜਧਾਨੀ ਜਿਹੜੀ ਹੈ ਉਹ ਜੈਪੁਰ ਹੈ ਤੇ ਜੈਪੁਰ ਦੀ ਰਚਨਾ ਜਿਹੜੀ ਹੈ ਇਸ ਰਾਜੇ ਜੈ ਸਿੰਘ ਨੇ ਕਰਨੀ ਕੀਤੀ। ਬਹੁਤ ਵੱਡਾ, ਭਾਵ ਕਿ ਰਾਜਪੂਤਾਨੇ ਦਾ ਸਭ ਤੋਂ ਵੱਡਾ ਇਹ ਰਾਜਾ ਸੀ। ਤੇ ਸਾਰੇ ਗੁਰਮੁਖ ਪਿਆਰਿਆਂ ਨੇ ਵੇਖਿਆ ਕਿ ਭਾਈ ਇੰਨਾ ਵੱਡਾ ਰਾਜਾ ਜੋ ਹੈ ਇਹ ਕਿਸ ਤਰ੍ਹਾਂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਨਿਮਰਤਾ ਰੱਖਦਾ, ਮਹਾਰਾਜ ਜੀ ਦੇ ਪ੍ਰਤੀ ਬੜੀ ਭਾਵਨਾ ਇਹ ਪ੍ਰਗਟ ਕਰ ਰਿਹਾ ਹੈ। ਸਭ ਗੁਰ ਬਖਸ਼ ਹਾਥ ਕੋ ਜੋ। ਉਸ ਵੇਲੇ ਜਿਹੜੇ ਮਸੰਦ ਸੀ ਨਾ ਭਾਈ ਗੁਰਬਖਸ਼ ਜੀ, ਇਹਨਾਂ ਨੇ ਹੱਥ ਜੋੜ ਕਰਕੇ ਬੋਲਿਓ ਅਵਲੋਕਤ ਨਿਰਭਉਰ। ਤੇ ਬਾਦਸ਼ਾਹ ਰਾਜੇ ਨੂੰ ਵੇਖ ਕਰਕੇ, ਜੈ ਸਿੰਘ ਨੂੰ ਵੇਖ ਕਰਕੇ ਭਾਈ ਗੁਰਬਖਸ਼ ਸਿੰਘ ਜੀ ਨੇ ਬਚਨ ਕਰਨਾ ਕੀਤਾ। ਪ੍ਰਿਥੀਨਾਥ ਜੀ ਸ਼ਾਹੋ ਸਭਾ ਕੀ। ਤੇ ਬਚਨ ਕਰਨਾ ਕੀਤਾ ਕਿਹਾ ਕਿ ਪ੍ਰਿਥੀਨਾਥ ਜੀ, ਪ੍ਰਿਥੀਨਾਥ ਦਾ ਮਤਲਬ ਕਿ ਇਹ ਧਰਤੀ ਦੇ ਮਾਲਕਾ, ਭਾਵ ਕਿ ਇਹ ਜੈ ਸਿੰਘ ਨੂੰ ਸੰਬੋਧਨ ਕਰ ਰਹੇ ਸਨ। ਕਿਉਂਕਿ ਜਿਹੜੇ ਰਾਜੇ ਹੁੰਦੇ ਨਾ ਗੁਰਮੁਖੋ, ਤੇ ਕਈ ਉਹਨੂੰ ਭੂਪ ਬੋਲਦੇ, ਭੂਪਪਤੀ ਵੀ ਬੋਲਦੇ ਹਨ, ਭੂਪਦ ਵੀ ਕਿਹਾ ਜਾਂਦਾ, ਪ੍ਰਿਥੀਪਤ, ਪ੍ਰਿਥੀਪਾਲ, ਪ੍ਰਿਥੀ ਮਾਲਕ ਕਿਹਾ ਜਾਂਦਾ। ਕਿਉਂਕਿ ਪ੍ਰਿਥਵੀ ਦਾ ਮਤਲਬ ਹੈ ਕਿ ਧਰਤੀ, ਧਰਤੀ ਦਾ ਮਾਲਕ ਆ। ਪ੍ਰਿਥੀਪਾਲ ਦਾ ਮਤਲਬ ਕਿ ਧਰਤੀ ਨੂੰ ਪਾਲਣ ਵਾਲਾ। ਪ੍ਰਿਥੀਨਾਥ ਦਾ ਮਤਲਬ ਕਿ ਧਰਤੀ ਦਾ ਮਾਲਕ। ਕਿਉਂਕਿ ਕੋਈ ਛੋਟਾ ਮੋਟਾ ਵਿਅਕਤੀ ਨਹੀਂ ਸੀ, ਬਹੁਤ ਵੱਡਾ ਇਲਾਕਾ, ਰਾਜਸਥਾਨ ਦਾ ਬਹੁਤ ਵੱਡਾ ਇਲਾਕੇ ਦਾ ਇਹ ਮਾਲਕ ਸੀ, ਭੂਪਤੀ ਸੀ, ਧਰਤੀ ਦਾ ਮਾਲਕ ਸੀ। ਇਸ ਕਰਕੇ ਭਾਈ ਗੁਰਬਖਸ਼ ਨੇ ਕਿਹਾ ਕਿ ਆਓ ਪ੍ਰਿਥੀਨਾਥ ਜੀ ਸ਼ਾਹ ਸਭਾ ਕੀ, ਬਾਦਸ਼ਾਹ ਦੀ ਸਭਾ ਦੇ ਵਿੱਚ। ਕਹੋ ਵਾਰਤਾ ਸੁਨੀ ਤਹਾਂ ਕੀ। ਤੇ ਅਸੀਂ ਸੁਣਿਆ ਕਿ ਭਾਈ ਉੱਥੇ ਬਹੁਤ ਜ਼ਿਆਦੀ ਵਾਰਤਾਲਾਪ ਹੋਈ ਸੀ ਕਰਕੇ ਰਾਮ ਰਾਏ ਦੇ ਨਾਲ। ਪ੍ਰਸੰਗ ਹੋਇਓ ਗੁਰ ਕੇਰਾ। ਤੇ ਉਸ ਵੇਲੇ ਤੁਸੀਂ ਵੀ ਤਾਂ ਉੱਥੇ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਮੌਜੂਦ ਸੀ। ਸਾਨੂੰ ਸਾਡੇ ਜਿਹੜੇ ਸੂਤਰਾਂ ਦੇ ਨਾਲ ਇਹ ਖਬਰ ਦਾ ਪਤਾ ਚੱਲਿਆ ਤੇ ਇਹਨਾਂ ਗੁਰਮੁਖਾਂ ਨੇ ਕਿਹਾ ਕਿ ਜੈ ਸਿੰਘ ਜੀ ਹੁਣ ਤੁਸੀਂ ਖੁਦ ਦੱਸਣਾ ਕਰੋ ਕਿ ਉੱਥੇ ਕੀ ਪਾਣਾ ਵਰਤਿਆ, ਕਿਸ ਤਰ੍ਹਾਂ ਰਾਮ ਰਾਏ ਨੇ ਚਾਲਾਂ ਚੱਲਣੀਆਂ ਕੀਤੀਆਂ। ਜਬ ਬੈਠਿਓ ਗੁਰੂ ਨੰਦ ਬਡੇਰਾ। ਜਦੋਂ ਵੱਡਾ ਨੰਦਨ ਜਿਹੜਾ ਹੈ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀਆਂ ਦਾ, ਭਾਵ ਕਿ ਰਾਮ ਰਾਏ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਆ ਕਰਕੇ ਜਦੋਂ ਬੈਠਿਆ ਉੱਥੇ ਕੀ ਭਾਣਾ ਵਰਤਿਆ। ਸੰਕਲਪੁਰੀ ਮਹਿ ਘਰ ਘਰ ਲਹਿਓ। ਕਿਉਂਕਿ ਪਤਾ ਚੱਲਿਆ ਕਿ ਸਾਰੀ ਨਗਰੀ ਦੇ ਵਿੱਚ ਘਰ ਘਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੀ ਕੀਰਤੀ, ਪਾਤਸ਼ਾਹ ਜੀ ਦਾ ਜਸ ਹੋ ਰਿਹਾ। ਕਿਨਹੂ ਕਿਮ ਕਹਿਓ। ਕਈਆਂ ਨੇ ਕੁਛ ਕਿਹਾ, ਕਈਆਂ ਨੇ ਕੁਛ ਕਿਹਾ, ਕਈਆਂ ਨੇ ਕਈ ਤਰ੍ਹਾਂ ਦੇ ਨਾਲ ਮਹਾਰਾਜ ਜੀ ਦੀ ਉਸਤਤੀ ਕੀਤੀ ਤੇ ਕਈ ਨਿੰਦਕ ਜਿਹੜੇ ਹਨ ਉਹਨਾਂ ਨੇ ਨਿੰਦਿਆ ਵੀ ਕਰਨੀ ਕੀਤੀ ਹੈ। ਜਥਾ ਜੋਗ ਸੁਨ ਬਾਕ ਤਿਹਾਰੇ। ਫਿਰ ਜਥਾ ਜੋਗ ਆਪ ਜੀ ਦੇ ਬਚਨਾਂ ਨੂੰ ਸੁਣ ਕਰਕੇ ਤਬ ਹਮ ਨਿਸ਼ਚੋ ਕਰ ਉਰ ਤਹਾਰੇ। ਉਸ ਵੇਲੇ ਸਾਡੇ ਮਨ ਦੇ ਵਿੱਚ ਪੱਕਾ ਨਿਸ਼ਚਾ ਆਵੇਗਾ ਕਿ ਉੱਥੇ ਅਸਲ ਦੇ ਵਿੱਚ ਕੀ ਪਾਣਾ ਵਰਤਿਆ ਹੋਇਆ। ਕਿਉਂਕਿ ਕਿੱਥੇ ਕੋਈ ਗੱਲ ਹੋ ਜਾਵੇ, ਕੋਈ ਓਪਰਾ ਬੰਦਾ ਸਾਨੂੰ ਬੋਲੇ ਕਿ ਜੀ ਉੱਥੇ ਤਾਂ ਇੰਜ ਹੋਇਆ, ਉੱਥੇ ਉਂਝ ਹੋਇਆ, ਆਪਾਂ ਛੇਤੀ ਕਰਕੇ ਉਹਦੇ ਉੱਤੇ ਯਕੀਨ ਨਹੀਂ ਕਰਦੇ। ਆਪਾਂ ਕਹਿੰਦੇ ਆ ਜੀ
ਇਹ ਬੰਦੇ ਨੂੰ ਤਾਂ ਆਪਾਂ ਜਾਣਦੇ ਨਹੀਂ ਆ, ਓਪਰਾ ਬੰਦਾ ਹੈ, ਪਰਾਇਆ ਬੰਦਾ ਹੈ, ਇਹ ਪਤਾ ਨਹੀਂ ਝੂਠ ਬੋਲ ਰਿਹਾ ਜਾਂ ਸੱਚ ਬੋਲ ਰਿਹਾ, ਪਤਾ ਨਹੀਂ ਹੁੰਦਾ। ਲੇਕਿਨ ਸਾਡਾ ਕੋਈ ਮੋਤਬਰ ਬੰਦਾ ਹੋਵੇ ਜਿਹਦੇ ਨਾਲ ਸਾਡੀ ਜਾਣ ਪਛਾਣ ਹੁੰਦੀ, ਤੇ ਉਹ ਬੰਦਾ ਕੋਈ ਗੱਲ ਕਰੇ ਕਿ ਹਾਂਜੀ ਉੱਥੇ ਇੰਜ ਹੋਇਆ, ਮੈਂ ਆਪ ਉੱਥੇ ਮੌਜੂਦ ਸੀ, ਮੈਨੇ ਆਪ ਇਹ ਹੁੰਦਿਆਂ ਵੇਖਣਾ ਕੀਤਾ, ਫਿਰ ਆਪਾਂ ਉਹਦੇ ਉੱਤੇ ਯਕੀਨ ਕਰਦੇ ਹਾਂ ਕਿ ਭਾਈ ਇਹ ਤਾਂ ਸਾਡਾ ਬੰਦਾ ਹੈ, ਇਹ ਤਾਂ ਆਪਣਾ ਬੰਦਾ ਹੈ, ਸਾਡੇ ਨਾਲ ਝੂਠ ਨਹੀਂ ਬੋਲ ਸਕਦਾ। ਜੋ ਉਥੇ ਭਾਣਾ ਵਰਤਿਆ ਨਾ, ਇਹਨੇ ਸੱਚ ਸੱਚ ਦੱਸ ਦੇਣਾ। ਸੁਨਿਓ ਸਭਾ ਮਹਿ ਰਾਵਰ ਸਭਾ, ਤੇ ਸੁਣਿਆ ਕਿ ਤੂੰ ਵੀ ਤਾਂ ਉਸ ਵੇਲੇ ਰਾਵਰ, ਭਾਵ ਕਿ ਤੂੰ ਵੀ ਤਾਂ ਬਾਦਸ਼ਾਹ ਦੇ ਦੀਵਾਨ ਕਚਹਿਰੀ ਵਿੱਚ ਸੀ। ਸਤਿਗੁਰ ਨਿਕਟ ਕਹੋ ਤਿਮ ਆਬਾਦ, ਤੇ ਜੈ ਸਿੰਘ ਜੀ ਤੁਸੀਂ ਹੁਣ ਕਿਰਪਾ ਕਰਕੇ ਜੋ ਉਥੇ ਭਾਣਾ ਵਰਤਿਆ, ਜੋ ਸਵਾਲ ਜਵਾਬ ਹੋਏ ਨਾ ਰਾਮ ਰਾਏ ਦੇ ਨਾਲ, ਉਹਨੇ ਕੀ ਕੌੜੇ ਬਚਨ ਕਰਨੇ ਕੀਤੇ, ਉਹ ਸਭ ਇੱਥੇ ਆਪ ਜੀ ਮਹਾਰਾਜ ਜੀ ਦੇ ਅੱਗੇ ਸਾਨੂੰ ਸਰਵਣ ਕਰਾਉਣਾ ਕਰੋ। ਸੁਨਤ ਰਾਵ ਲੈ ਦੀਰਘ ਸਵਾਸ, ਇਹ ਸੁਣ ਕਰਕੇ ਸਾਧ ਸੰਗਤ ਜੀ, ਕਿਉਂਕਿ ਰਾਜਾ ਜੈ ਸਿੰਘ ਇਹ ਬਚਨ ਨੂੰ ਟਾਲਣਾ ਚਾਹੁੰਦਾ ਸੀ, ਛੁਪਾ ਲੈਣਾ ਚਾਹੁੰਦਾ ਸੀ ਕਿ ਚਲੋ ਭਾਈ ਇਹਦੇ ਉੱਤੇ ਪਰਦਾ ਪਾ ਦਿੱਤਾ ਜਾਵੇ। ਲੇਕਿਨ ਜਦੋਂ ਭਾਈ ਗੁਰਬਖਸ਼ ਨੇ, ਇਹ ਭਾਈ ਗੁਰਬਖਸ਼ ਸਾਧ ਸੰਗਤ ਜੀ 7ਵੇਂ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਜਿਹੜੇ ਮਸੰਦ ਸਨ, ਉਹਨਾਂ ਮਸੰਦਾਂ ਦੇ ਵਿੱਚੋਂ ਸਭ ਤੋਂ ਵੱਡਾ ਮਸੰਦ ਬੜਾ ਗੁਰਮੁਖ ਪਿਆਰਾ ਸੀ। ਇਹ ਜਿਹੜੇ ਵਿਗੜੇ ਤਿਗੜੇ ਮਸੰਦ ਤਾਂ ਬਾਅਦ ਵਿੱਚ ਹੋਏ ਸੀ, ਲੇਕਿਨ ਉਸ ਵੇਲੇ ਤੱਕ ਇਹ ਪ੍ਰਣਾਲੀ ਬਹੁਤ ਵਧੀਆ ਚੱਲਦੀ ਸੀ ਤੇ ਇਹ ਮਸੰਦ ਗੁਰੂ ਘਰ ਦੇ ਦਰ ਘਰ ਦਾ ਪ੍ਰੇਮੀ ਸੀ। ਕਿਉਂਕਿ ਹੁਣ ਲਕਬ ਜਿਹੜਾ ਹੈ ਇਹਦੇ ਨਾਲ ਮਸੰਦ ਕਰਕੇ ਆਇਆ, ਕਿਉਂਕਿ ਹੁਣ ਸਾਧ ਸੰਗਤ ਜੀ ਕਿਹਦੇ ਨਾਲ ਵੀ ਜਦੋਂ ਆਪਾਂ ਮਸੰਦ ਸ਼ਬਦ ਲਾ ਲੈਂਦੇ ਆ ਤੇ ਉਸ ਵੇਲੇ ਆਪਾਂ ਨੂੰ ਇੰਝ ਹੀ ਲੱਗਦਾ ਕਿ ਭਾਈ ਇਹ ਮਸੰਦ ਮਤਲਬ ਇਹਦਾ ਕਿਰਦਾਰ ਖਰਾਬ ਹੋਵੇਗਾ, ਇਹ ਬੇਈਮਾਨ ਨਿਖਿੱਧ ਬੰਦਾ ਹੋਵੇਗਾ। ਨਹੀਂ ਪਿਆਰਿਓ, ਮਸੰਦਾਂ ਦੇ ਵਿੱਚ ਵੀ ਬਹੁਤ ਚੜ੍ਹਦੀ ਕਲਾ ਵਾਲੇ, ਅਸਲ ਦੇ ਵਿੱਚ ਇਹ ਸਾਧੂ ਸੰਤ ਮਹਾਂਪੁਰਖ ਬਾਬਾ ਜੀ ਆਦਿਕ, ਇਹ ਸ਼ਬਦ ਦਾ ਬਾਅਦ ਵਿੱਚ ਇਜਾਦ ਹੋਇਆ ਗੁਰੂ ਘਰ ਦੇ ਵਿੱਚ, ਗੁਰੂ ਕਾਲ ਦੇ ਵੇਲੇ। ਤੇ ਗੁਰੂ ਮਹਾਰਾਜ ਜੀ ਤੋਂ ਬਾਅਦ ਸਭ ਤੋਂ ਉੱਚਾ ਤੇ ਸੁੱਚਾ ਲਕਬ ਜਿਹੜਾ ਹੈ ਇਹ ਮਸੰਦ ਸੀ, ਮਸੰਦ। ਅੱਜ ਜਿਸ ਤਰ੍ਹਾਂ ਆਪਾਂ ਕਈ ਵਾਰੀ ਕਹਿ ਦਿੰਦੇ ਨਾ ਜੀ ਇਹ ਜੀ ਬ੍ਰਹਮ ਗਿਆਨੀ ਮਹਾਂਪੁਰਖ, ਇਹ ਜੀ ਸੰਤ ਹਨ ਜੀ, ਇਹ ਜੀ ਬਾਬਾ ਜੀ ਹਨ, ਇਹ ਜੋ ਆਪਾਂ ਸਤਿਕਾਰਯੋਗ ਸ਼ਬਦਾਂ ਦੇ ਨਾਲ ਸੰਬੋਧਨ ਕਰਦੇ, ਉਹਨਾਂ ਜ਼ਮਾਨਿਆਂ ਦੇ ਵਿੱਚ ਮਸੰਦ ਕਹਿ ਕਰਕੇ ਇਹਨਾਂ ਗੁਰਮੁਖ ਪਿਆਰਿਆਂ ਨੂੰ ਸੰਬੋਧਨ ਕੀਤਾ ਜਾਂਦਾ ਸੀ। ਇਹ ਭਾਈ ਗੁਰਬਖਸ਼ ਮਸੰਦ ਬੜਾ ਚੜ੍ਹਦੀ ਕਲਾ ਵਾਲਾ, ਜਦੋਂ ਇਹਨੇ ਇਹ ਬਚਨ ਕੀਤਾ ਉਸੇ ਵੇਲੇ ਠੰਡੇ ਹੌਕੇ ਜਿਹੜੇ ਰਾਜੇ ਜੈ ਸਿੰਘ ਨੇ ਲੈਣੇ ਕੀਤੇ। ਭਾਵ ਕਿ ਕੋਈ ਗੱਲ ਜਿਹੜੀ ਆ ਭਰੇ ਮਨ ਦੇ ਨਾਲ ਆਪਾਂ ਕਹਿਣਾ ਚਾਹੁੰਦੇ ਆ, ਉਸ ਵੇਲੇ ਸਾਧ ਸੰਗਤ ਜੀ ਬੰਦਾ ਜਿਹੜਾ ਦੀਰਘ ਸਵਾਸ ਲੈਂਦਾ, ਠੰਡੇ ਹੌਕੇ ਭਰਦਾ। ਕਈ ਵਾਰੀ ਨਾ ਕੋਈ ਗੱਲ ਹੋਵੇ ਨਾ ਬਹੁਤ ਜੋ ਆਪਾਂ ਕਹਿਣਾ ਨਹੀਂ ਚਾਹੁੰਦੇ ਆ, ਫਿਰ ਵੀ ਉਹ ਜਦੋਂ ਸਾਨੂੰ ਕਹਿਣ ਦੇ ਲਈ ਕੋਈ ਮਜਬੂਰ ਕਰਦਾ, ਕੋਈ ਦੱਸਦਾ ਹੈ, ਤੇ ਆਪਾਂ ਵੀ ਗੁਰਮੁਖ ਇਹੀ ਮੁਦਰਾ ਬਣਾਉਂਦੇ ਆ, ਠੰਡੇ ਹੌਕੇ ਲੈਂਦੇ, ਦੀਰਘ ਸਵਾਸ ਲੈਂਦੇ, ਇਹ ਲੰਬੀ ਸਵਾਸ ਖਿੱਚ ਕੇ ਕਹਿੰਦੇ ਕੋਈ ਗੱਲ ਨਹੀਂ ਹੈ ਜੀ ਮੈਂ ਦੱਸਦਾ ਹਾਂ। ਇਸ ਤਰ੍ਹਾਂ ਰਾਜੇ ਜੈ ਸਿੰਘ ਨੇ ਲੰਬੇ ਹੌਕੇ ਲੈਣੇ ਕੀਤੇ। ਸਿਰ ਤੁਨ ਕੀਨ ਸਬਾਕ ਪ੍ਰਕਾਸ਼, ਫਿਰ ਆਪਣੇ ਮੱਥੇ ਦੇ ਉੱਤੇ ਹੱਥ ਮਾਰ ਮਾਰ ਕਰਕੇ, ਬਾਰ-ਬਾਰ ਆਪਣੇ ਮੱਥੇ ਦੇ ਉੱਤੇ ਹੱਥ ਮਾਰ ਕਰਕੇ ਰਾਜੇ ਜੈ ਸਿੰਘ ਨੇ ਬਚਨ ਕੀਤਾ। ਇਹਦਾ ਮਤਲਬ ਇਹ ਸੰਕੇਤ ਦੇ ਰਹੇ, ਇਹ ਉਹਨੇ ਸੰਕੇਤ ਕਰਨਾ ਕੀਤਾ ਕਿ ਗੁਰਮੁਖੋ ਅੱਗੇ ਜੋ ਮੈਂ ਬਚਨ ਕਹਿਣ ਦੇ ਲਈ ਜਾ ਰਿਹਾ, ਇਹ ਬਚਨ ਬੜੇ ਸਖਤ ਹਨ, ਇਹ ਅਸੀਂ ਨਹੀਂ ਸੁਣਨਾ ਚਾਹੁੰਦੇ, ਫਿਰ ਵੀ ਇਹ ਭਾਣਾ ਵਰਤਿਆ। ਤੇ ਹੁਣ ਮੈਂ ਵੀ ਨਹੀਂ ਕਹਿਣਾ ਚਾਹੁੰਦਾ, ਲੇਕਿਨ ਆਪ ਜੀ ਨੇ ਪੁੱਛਿਆ, ਭਰੇ ਮਨ ਦੇ ਨਾਲ ਇਹ ਮੈਨੂੰ ਤੁਹਾਨੂੰ ਦੱਸਣਾ ਪੈ ਰਿਹਾ ਹੈ। ਕਹਾਂ ਕੁਛ ਕਹੀ ਨਾ ਜਾਏ, ਕਹਿਣ ਲੱਗਾ ਜੈ ਸਿੰਘ ਕਿ ਮਹਾਰਾਜ ਜੀ ਮੈਂ ਕੀ ਦੱਸਣਾ ਕਰਾਂ, ਇਹ ਜ਼ਬਾਨ ਇਜਾਜ਼ਤ ਨਹੀਂ ਦਿੰਦੀ ਹੈ, ਬਹੁਤ ਉਥੇ ਚੰਗਾ ਕੰਮ ਨਹੀਂ ਹੋਇਆ। ਨਾਹਕ ਦਵੈਸ ਵਿਸ਼ੇਸ਼ ਉਪਾਏ, ਐਵੇਂ ਵਿਅਰਥ ਦੇ ਵਿੱਚ ਰਾਮ ਰਾਏ ਨੇ, ਵਿਅਰਥ ਦੇ ਵਿੱਚ ਬਹੁਤ ਜ਼ਿਆਦਾ ਕਲੇਸ਼, ਬਹੁਤ ਜ਼ਿਆਦਾ ਆਪ ਜੀ ਦੇ ਨਾਲ ਦਵੈਸ਼ ਕਰਨਾ ਕੀਤਾ। ਇੰਨੇ ਦਵੈਸ਼ ਕਰਨ ਦੀ ਲੋੜ ਉਹਨੂੰ ਨਹੀਂ ਸੀ। ਆਪਾਂ ਵੇਖਦੇ ਨਾ ਗੁਰਮੁਖੋ ਕਈ ਵਾਰੀ ਕਈ ਈਰਖਾ ਕਰਦੇ, ਦਵੈਸ਼ ਕਰਦੇ ਹਨ, ਲੇਕਿਨ ਇੱਕ ਹੱਦ ਤੱਕ ਆਪਾਂ ਵੀ ਕਹਿੰਦੇ ਆ ਚਲੋ ਜੀ ਜਾਇਜ਼ ਹੁੰਦਾ। ਕਈ ਵਾਰੀ ਕਿਹਦੇ ਨਾਲ ਕੋਈ ਨਾ ਇਨਸਾਫੀ ਹੋ ਜਾਵੇ ਤੇ ਕਈ ਬੰਦੇ ਈਰਖਾ ਦਵੈਸ਼ ਕਰਦੇ, ਇਹ ਤਾਂ ਚੱਲਦਾ ਹੀ ਰਹਿੰਦਾ ਸੰਸਾਰ ਦੇ ਵਿੱਚ, ਤਾਂ ਇਹ ਤਾਂ ਹੁੰਦਾ ਹੀ ਰਹਿੰਦਾ ਹੈ। ਲੇਕਿਨ ਹਰ ਇੱਕ ਚੀਜ਼ ਦੀ ਇੱਕ ਸੀਮਾ ਹੁੰਦੀ ਹੈ।
ਇੱਕ ਸੀਮਾ ਦੇ ਵਿੱਚ ਹੋਵੇ ਤੇ ਆਪਾਂ ਵੀ ਟਾਲ ਦਿੰਦੇ ਆ ਜੀ, ਚਲੋ ਜੀ ਸੁਭਾਵਿਕ ਹੀ ਗੱਲ ਹੈ। ਲੇਕਿਨ ਜਦੋਂ ਹੱਦ ਤੋਂ ਵੱਧ ਜਾ ਕਰਕੇ ਈਰਖਾ ਕਰਨਾ, ਦਵੈਸ਼ ਕਰਨਾ, ਵੈਰ ਭਾਵਨਾ ਰੱਖਣਾ ਨਾ, ਤੇ ਉਸ ਵੇਲੇ ਸਿਆਣੇ ਕਹਿ ਦਿੰਦੇ ਜੀ ਇਹਨੇ ਤਾਂ ਹੱਦ ਟੱਪ ਦਿੱਤੀ ਹੈ, ਇੰਨਾ ਤਾਂ ਇਹਨੂੰ ਨਹੀਂ ਕਰਨਾ ਚਾਹੀਦਾ। ਮੈਂ ਟਿਕ ਸ਼ਾਹੋ ਅਪਰ ਉਮਰਾਵ। ਜੈ ਸਿੰਘ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਮਹਾਰਾਜ, ਮੈਂ ਵੀ ਉਸ ਵੇਲੇ ਬਾਦਸ਼ਾਹ ਦੀ ਹਜ਼ੂਰੀ ਦੇ ਵਿੱਚ ਸੀ, ਮੇਰੇ ਨਾਲ ਔਰ ਵੀ ਜਿਹੜੇ ਰਾਜੇ ਉਮਰਾਵ ਮੌਜੂਦ ਸਨ। ਭਰਤ ਸਰਾਹਨ ਇਨਹੁ ਸੁਭਾਵ। ਤੇ ਉਹ ਜਿਹੜੇ ਰਾਜੇ ਦੇ ਉਮਰਾਵ, ਉਹਨਾਂ ਨੇ ਪਹਿਲੇ ਆਪ ਜੀ ਦੀ ਬੜੀ ਸਿਫਤ ਸਲਾਹੁਤਾ ਕਰਨੀ ਕੀਤੀ। ਰਾਮ ਰਾਏ ਇਤਨੇ ਮਹਿ ਆਏ। ਬਸ ਇਹ ਆਪ ਜੀ ਦੀ ਸਿਫਤਾਂ ਕਰ ਰਹੇ ਸੀ ਕਿ ਦੇਖ ਬਾਦਸ਼ਾਹ, ਜਿਹਨੂੰ ਤੂੰ ਕਹਿੰਦਾ ਸੀ ਨਾ ਜੀ ਬਾਲਕ ਹੈ, ਛੋਟੇ ਹਨ ਕਰਕੇ, ਲੇਕਿਨ ਉਹ ਸਤਿਗੁਰੂ ਮਹਾਰਾਜ ਜੀ ਦੀ ਕੀਰਤੀ ਘਰ ਘਰ ਦੇ ਵਿੱਚ, ਦਰ ਦਰ ਦੇ ਵਿੱਚ ਹੋ ਰਹੀ ਹੈ। ਸਤਿਗੁਰੂ ਮਹਾਰਾਜ ਜੀ ਨੇ ਜੋ ਦਿੱਲੀ ਦੇ ਵਿੱਚ ਸੀਤਲਾ ਦਾ ਪ੍ਰਕੋਪ, ਇਹ ਬਿਮਾਰੀ ਨੇ ਮਹਾਮਾਰੀ ਦਾ ਰੂਪ ਧਾਰਨ ਕਰਨਾ ਕੀਤਾ ਸੀ, ਤੇ ਸਤਿਗੁਰੂ ਮਹਾਰਾਜ ਜੀ ਨੇ ਉਹ ਮਹਾਮਾਰੀ ਨੂੰ ਖਤਮ ਕਰ ਦਿੱਤਾ। ਆਪਣੇ ਤਨ, ਆਪਣੇ ਪਿੰਡੇ ਦੇ ਉੱਤੇ ਬਿਮਾਰੀ ਲੈ ਕਰਕੇ ਬਿਮਾਰੀ ਦਾ ਪ੍ਰਕੋਪ ਸ਼ਾਂਤ ਕੀਤਾ। ਜਿਹੜਾ ਵੀ ਮਹਾਰਾਜ ਜੀ ਦੇ ਦਰ ਕਰਤੇ ਜਾ ਰਿਹਾ ਨਾ, ਗੁਰਦੁਆਰਾ ਬੰਗਲਾ ਸਾਹਿਬ, ਤੇ ਅਸੀਂ ਖੁਦ ਵੇਖਿਆ ਜਾਂਦਿਆਂ, ਤੇ ਉਹ ਬੜੇ ਦੁਖੀ ਹੁੰਦੇ ਹਨ, ਬੜੇ ਪਰੇਸ਼ਾਨ ਹੁੰਦੇ। ਲੇਕਿਨ ਜਦੋਂ ਉਹਨਾਂ ਦੇ ਰੋਗਾਂ ਦੀ ਨਿਵਰਤੀ ਹੋ ਜਾਂਦੀ, ਰੋਗ ਜਦੋਂ ਕੱਟੇ ਜਾਂਦੇ, ਉਸ ਤੋਂ ਬਾਅਦ ਉਹ ਨਵੇਂ ਨਿਰੋਗੇ ਬਣ ਕਰਕੇ ਚੜ੍ਹਦੀ ਕਲਾ ਦੇ ਵਿੱਚ ਹੋ ਕਰਕੇ ਉਹ ਵਾਪਸ ਆਉਂਦੇ ਹਨ। ਸੁਨਤ ਸੁਜਸ ਗੁਰ ਉਰ ਬਿਸਮਾਏ। ਬਸ ਅਸੀਂ ਜਦੋਂ ਉਹ ਉਮਰਾਵ, ਕਿਉਂਕਿ ਮੈਂ ਵੀ ਨਹੀਂ ਕਿਹਾ, ਉਹ ਉਮਰਾਵਾ ਨਹੀਂ, ਰਾਜੇ ਦੇ ਤਾਈ ਇਹ ਬਚਨ ਕੀਤਾ, ਆਪ ਜੀ ਦਾ ਜਸ ਕੀਤਾ। ਉਹਨੇ ਕੋ ਚਿਰ ਨੂੰ ਜਿਹੜਾ ਤੁਹਾਡਾ ਵੱਡਾ ਭਰਾ ਰਾਮ ਰਾਏ ਪਹੁੰਚ ਗਿਆ, ਉਹ ਆਪ ਜੀ ਦਾ ਜਸ ਸੁਣ ਕਰਕੇ ਬਹੁਤ ਸੜਬੜ ਕਰਕੇ ਕਾਲਾ ਕੋਇਲਾ ਬਣ ਗਿਆ। ਪੂਰਬ ਚਾਹਤ ਹੀਨਤਾ ਕਰੀ। ਉਹ ਪਹਿਲਾਂ ਹੀ ਆਪ ਜੀ ਦੇ ਨਾਲ ਹੀਨਤਾ ਕਰਨਾ ਚਾਹੁੰਦਾ। ਭਾਈ ਵਡਾਈ ਜਾਏ ਨਾ ਜਰੀ। ਉਹ ਤਾਂ ਚਾਹੁੰਦਾ ਸੀ ਕਿ ਮੈਂ ਇੱਥੇ ਦਿੱਲੀ ਬੁਲਾ ਕਰਕੇ ਤੁਹਾਨੂੰ ਹੀਨਤਾ ਕਰਾਂ, ਤੁਹਾਨੂੰ ਖਤਮ ਕਰ ਦੇਵਾਂ। ਲੇਕਿਨ ਇੱਥੇ ਆ ਕਰਕੇ ਤੁਹਾਡੀ ਵਡਿਆਈ ਔਰ ਜ਼ਿਆਦੀ ਵੱਧ ਗਈ, ਇਸ ਕਰਕੇ ਉਹਨੂੰ ਬਹੁਤ ਜ਼ਿਆਦੀ ਅੱਗ ਲੱਗ ਗਈ ਹੈ। ਉਹਨੂੰ ਆਪ ਜੀ ਦੀ ਵਡਿਆਈ ਜਰੀ ਨਹੀਂ ਜਾ ਰਹੀ, ਚਾਹਤ ਨਸ਼ਾਹੋ ਇਨਹ ਬੁਲਵਾਏ। ਕਿਉਂਕਿ ਸਤਿਗੁਰੂ ਮਹਾਰਾਜ ਬਾਦਸ਼ਾਹ ਨੂੰ ਕੀ ਪਤਾ ਕਿ ਗੁਰੂ ਘਰ ਦੇ ਵਿੱਚ ਕੀ ਹੋ ਰਿਹਾ। ਉਹਨੂੰ ਤਾਂ ਬਿਲਕੁਲ ਪਤਾ ਨਹੀਂ ਸੀ। ਅਸਲ ਦੇ ਵਿੱਚ ਇਹ ਸਾਰੀ ਅੱਗ ਜਿਹੜੀ ਹੈ, ਇਹ ਤੁਹਾਡੇ ਵੱਡੇ ਭਰਾ ਨੇ ਰਾਮ ਰਾਏ ਨੇ ਲਾਉਣਾ ਕੀਤਾ। ਇਹ ਨਹੀਂ ਜਾ ਕਰਕੇ ਬਾਦਸ਼ਾਹ ਦੇ ਕੰਨ ਭਰਨੇ ਕੀਤੇ, ਚੁਗਲੀਆਂ ਮਾਰਨੀਆਂ ਕੀਤੀਆਂ। ਇਸ ਕਰਕੇ ਸਾਧ ਸੰਗਤ ਜੀ ਸਿਆਣੇ ਕਹਿੰਦੇ, ਰਾਜਨੀਤੀ ਵੀ ਕਹਿੰਦੀ ਹੈ ਕਿ ਜਿਹੜੇ ਆਪਣੇ ਬਣ ਕਰਕੇ ਗੱਦਾਰ ਬਣ ਜਾਂਦੇ, ਬੇਈਮਾਨ ਬਣ ਜਾਂਦੇ ਹਨ, ਉਹਨਾਂ ਤੋਂ ਸਦਾ ਬਚ ਕੇ ਰਹਿਣਾ ਚਾਹੀਦਾ। ਬਾਹਰੀ ਦੁਸ਼ਮਣ ਜਿਹੜੇ ਹੁੰਦੇ, ਚਲੋ ਆਪਾਂ ਨੂੰ ਪਤਾ ਹੁੰਦਾ ਜੀ ਇਹ ਸਾਡਾ ਦੁਸ਼ਮਣ ਹੈ, ਇਹਨਾਂ ਦੇ ਨਾਲ ਸਾਡਾ ਵੈਰ ਪਿਆ ਹੋਇਆ, ਉਹਨਾਂ ਦੇ ਨਾਲ ਤਾਂ ਆਪਾਂ ਸੁਚੇਤ ਰਹਿੰਦੇ ਆ। ਲੇਕਿਨ ਜਿਹੜੇ ਆਪਣੇ ਦੁਸ਼ਮਣ ਬਣ ਜਾਂਦੇ, ਉਹਨਾਂ ਦਾ ਪਤਾ ਲਾਉਣਾ ਬੜਾ ਔਖਾ ਹੁੰਦਾ। ਕਈ ਵਾਰੀ ਪਤਾ ਉਦੋਂ ਲੱਗਦਾ ਜਦੋਂ ਸਾਰਾ ਖੇਲ ਖਤਮ ਹੋ ਜਾਂਦਾ। ਉਹ ਗੱਦਾਰ ਗੱਦਾਰੀਆਂ ਕਰਕੇ ਬਾਜੀਆਂ ਨੂੰ ਜਿੱਤ ਕੇ ਚੱਲ ਜਾਂਦੇ ਹਨ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਖਾਲਸਾ ਰਾਜ ਵੇਲੇ ਵੀ ਇਹੀ ਤਾਂ ਭਾਣਾ ਵਰਤਿਆ ਸੀ। ਸਿੱਖਾਂ ਨੂੰ ਪਤਾ ਸੀ ਕਿ ਭਾਈ ਅੰਗਰੇਜ਼ ਜਿਹੜੇ ਹਨ ਇਹ ਸਾਡੇ ਦੁਸ਼ਮਣ ਹਨ। ਦੁਸ਼ਮਣ ਦਾ ਤਾਂ ਪਤਾ ਸੀ ਕਿ ਭਾਈ ਇਹ ਅੰਗਰੇਜ਼ ਸਾਡੇ ਦੁਸ਼ਮਣ ਆ। ਲੇਕਿਨ ਸਿੱਖਾਂ ਨੂੰ ਇਹ ਨਹੀਂ ਪਤਾ ਚੱਲਿਆ, ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੂੰ ਇਹ ਨਹੀਂ ਪਤਾ ਚੱਲਿਆ ਕਿ ਭਾਈ ਉਹ ਤਾਂ ਦੁਸ਼ਮਣ ਹਨ, ਲੇਕਿਨ ਦੋਸਤੀ ਦਾ ਲਿਬਾਸ ਧਾਰਨ ਕਰਕੇ ਸਾਡੇ ਵਿੱਚ ਜਿਹੜੇ ਡੋਗਰੇ ਰਲ ਗਏ, ਇਹ ਸਭ ਤੋਂ ਵੱਡੇ ਦੁਸ਼ਮਣ ਹਨ। ਇਹਨਾਂ ਨੇ ਵਕਤ ਪਾ ਕਰਕੇ ਗੱਦਾਰੀਆਂ ਕਰਨੀਆਂ, ਬੇਈਮਾਨੀਆਂ ਕਰਨੀਆਂ, ਇਹ ਪਤਾ ਹੀ ਨਹੀਂ ਚੱਲਿਆ। ਅੰਨ੍ਹੇਵਾਹ ਮਹਾਰਾਜਾ ਸਾਹਿਬ, ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਦੇ ਉੱਤੇ, ਡੋਗਰੇ ਭਰਾਵਾਂ ਦੇ ਉੱਤੇ, ਧਿਆਨ ਸਿੰਘ ਡੋਗਰਾ ਹੋ ਗਿਆ, ਗੁਲਾਬ ਸਿੰਘ ਹੋ ਗਿਆ, ਇਹਨਾਂ ਦਾ ਲੜਕਾ ਹੀਰਾ ਸਿੰਘ ਹੋ ਗਿਆ, ਔਰ ਵੀ ਜਿਹੜੇ ਇਹ ਡੋਗਰਿਆਂ ਦੇ ਉੱਤੇ ਵਿਸ਼ਵਾਸ ਕੀਤਾ। ਤੇ ਨਾਲ ਵੇਖਿਆ ਜਾਵੇ ਇਹਨਾਂ ਦੇ ਰਗਾਂ ਦੇ ਵਿੱਚ ਸਿੱਖਾਂ ਦਾ ਖੂਨ ਵੀ ਨਹੀਂ ਸੀ। ਇਹ ਅਸਲ ਦੇ ਵਿੱਚ ਬ੍ਰਾਹਮਣ ਵਾਹਿਗੁਰੂ, ਇਹ ਬ੍ਰਾਹਮਣ ਪਰਿਵਾਰ ਦੇ ਵਿੱਚੋਂ ਸਨ। ਤੇ ਫਿਰ ਬਾਅਦ ਦੇ ਵਿੱਚ ਇਹਨਾਂ ਨੇ ਬਸ ਲਾਲਚਾਂ ਦੇ ਬਸ ਆ ਕਰਕੇ, ਮਨ ਵਿੱਚ ਲਾਲਚ ਲੱਗੀ ਹੋਈ ਸੀ ਕਿ ਭਾਈ ਸਿੱਖ ਬਣ ਜਾਓ, ਸਭ ਮਿਲ ਜਾਵੇਗਾ।
ਫੌਜ ਵਿੱਚ ਭਰਤੀ ਹੋ ਗਏ ਤੇ ਇੰਨਾ ਅਹੁਦਾ ਬਾਦਸ਼ਾਹ ਦੇ ਪਾਵ ਕੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਨਿਕਟਵਰਤੀ ਬਣ ਗਏ। ਉਦੋਂ ਤੱਕ ਤਾਂ ਪਹਿਲੇ ਕੁਛ ਨਹੀਂ ਬੋਲਿਆ, ਜਦੋਂ ਤੱਕ ਖਾਲਸੇ ਜਿਹੜੇ ਹਨ ਚੜ੍ਹਦੀ ਕਲਾ ਵਾਲੇ ਗੁਰੂ ਕੇ ਸਿੱਖ ਜੀਵਤ ਸਨ, ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਪਹਿਲੇ ਉਹ ਸਾਰੇ ਗੁਰਮੁਖ ਪਿਆਰੇ ਤਕਰੀਬਨ ਜਾਂਦੇ ਰਹੇ। ਹਰੀ ਸਿੰਘ ਜੀ ਨਲਵਾ ਹੋ ਗਏ ਤੇ ਨਾਲ ਸਾਧ ਸੰਗਤ ਜੀ ਫਕੀਰ ਅਜ਼ੀਜ਼ੁਦੀਨ ਹੋ ਗਿਆ ਨਾਲ, ਤੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਬਾਬਾ ਫੂਲਾ ਸਿੰਘ ਸਾਹਿਬ ਜੀ ਉਹ ਵੀ ਪਹਿਲਾਂ ਹੀ ਭਾਣਾ ਵਰਤਾ ਗਏ। ਤਾਂ ਕਰਕੇ ਇਹਨਾਂ ਨੂੰ ਪੂਰਾ ਮੌਕਾ ਮਿਲ ਗਿਆ। ਸਿੱਖਾਂ ਨੂੰ ਵੀ ਪਤਾ ਨਹੀਂ ਚੱਲਿਆ ਕਿ ਭਾਈ ਇਹ ਦੁਸ਼ਮਣ ਹਨ, ਇਹ ਤਾਂ ਉਹਨਾਂ ਦੇ ਨਾਲ ਰੜਦੇ ਗਏ, ਲੇਕਿਨ ਇਹਨਾਂ ਪਾਪੀਆਂ ਨੇ ਫਿਰ ਇਹੋ ਜਿਹੀਆਂ ਗੱਦਾਰੀਆਂ ਕਰਨੀਆਂ ਕੀਤੀਆਂ। ਗੱਦਾਰੀਆਂ ਕਰਕੇ ਸਾਰਾ ਜਿਹੜਾ ਖਾਲਸਾ ਰਾਜ ਜਿਹਨੂੰ ਸਥਾਪਿਤ ਕਰਨ ਦੇ ਲਈ ਕਿੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ, ਕਿੰਨਾ ਲੰਬਾ ਸਮਾਂ ਪ੍ਰਾਪਤ ਹੋ ਗਿਆ। ਕੁਛ ਦਿਨਾਂ ਕੁਛ ਸਮੇਂ ਦੇ ਵਿੱਚ ਸਾਰਾ ਖਾਲਸਾ ਰਾਜ ਇਹਨਾਂ ਦੁਸ਼ਟਾਂ ਨੇ ਬਰਬਾਦ ਕਰਕੇ ਰੱਖ ਦਿੱਤਾ, ਕਿਉਂਕਿ ਇਹ ਆਪਣੇ ਰਹਿ ਕਰਕੇ ਗੱਦਾਰ ਬਣ ਗਏ ਸਨ। ਸੋ ਇਸ ਤਰ੍ਹਾਂ ਹੀ ਜੈ ਸਿੰਘ ਨੇ ਕਿਹਾ, ਮਹਾਰਾਜ ਚਲੋ ਕੋਈ ਬਾਹਰੀ ਬੰਦਾ ਹੋਵੇ ਤੇ ਅਸੀਂ ਉਹਨੇ ਹੀ ਉਂਝੂ ਧੱਕੇ ਮਾਰ ਕੇ ਕੱਢ ਦਿੰਦੇ ਕਿ ਐਵੇਂ ਤੂੰ ਮੂੰਹ ਚੱਕ ਕੇ ਆ ਗਿਆ, ਲੇਕਿਨ ਗੁਰੂ ਘਰ ਦਾ ਬੰਦਾ ਰਹਿ ਕਰਕੇ ਇਹਨੂੰ ਇੰਨੀ ਈਰਖਾ ਨਹੀਂ ਕਰਨੀ ਚਾਹੀਦੀ। ਇਹਨੇ ਬਹੁਤ ਜ਼ਿਆਦੀ ਈਰਖਾ ਕਰਨੀ ਕੀਤੀ। ਬਾਦਸ਼ਾਹ ਨੂੰ ਤਾਂ ਕੁਝ ਵੀ ਨਹੀਂ ਪਤਾ। ਇਹਨੇ ਮਹਾਰਾਜ ਉਹਦੇ ਕੰਨ ਭਰ ਭਰ ਕੇ ਇਹਨੇ ਆਪ ਜੀ ਦੇ ਬਰਖਿਲਾਫ ਉਹਨੂੰ ਤਿਆਰ ਕਰਨਾ ਕੀਤਾ। ਬਾਰ-ਬਾਰ ਕਹਤਾ ਹੈ ਅਨਾਏ, ਬਾਰ-ਬਾਰ ਕਹਿ ਕਰਕੇ, ਕਿਉਂਕਿ ਔਰੰਗੇ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਭਾਈ ਤੁਹਾਡੇ ਘਰ ਦਾ ਝਗੜਾ ਹੈ, ਤੁਸੀਂ ਆਪ ਬੈਠ ਕਰਕੇ ਨਿਪਟਾਰਾ ਕਰਨਾ ਕਰੋ। ਤੇ ਜਿਸ ਤਰ੍ਹਾਂ ਕਿ ਮੈਂ ਵੀ ਜਿਹੜਾ ਛੋਟਾ ਭਰਾ ਸੀ, ਮੇਰੇ ਤੋਂ ਵੀ ਵੱਡੇ ਸਨ, ਤੇ ਫਿਰ ਜਦੋਂ ਮੈਨੂੰ ਗੱਦੀ ਮਿਲ ਗਈ ਤਾਂ ਉਹ ਨਾਰਾਜ਼ ਹੋ ਗਏ। ਇਸ ਤਰ੍ਹਾਂ ਹੀ ਤੁਹਾਡੇ ਘਰ ਦੇ ਵਿੱਚ ਵੀ ਇਹ ਚੱਲ ਰਿਹਾ। ਉਹਨੇ ਤਾਂ ਕਹਿ ਦਿੱਤਾ ਕਿ ਭਾਈ ਤੁਹਾਡੇ ਘਰ ਦੀ ਲੜਾਈ ਹੈ, ਘਰ ਦੇ ਵਿੱਚ ਨਿਪਟਾਰਾ ਕਰਨਾ ਕਰੋ, ਲੇਕਿਨ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਮ ਰਾਏ ਨਹੀਂ ਮੰਨਿਆ। ਇਹ ਘਰ ਦੀ ਲੜਾਈ ਜਿਹੜੀ ਹੈ, ਗੁਰੂ ਘਰ ਦੀ ਲੜਾਈ, ਆਪਸ ਦੀ ਲੜਾਈ ਜਿਹੜੀ, ਇਹਨੇ ਬਾਦਸ਼ਾਹ ਦੇ ਕੋਲ ਸਰਕਾਰੀ ਦਰਬਾਰੀ ਇਸ ਲੜਾਈ ਨੂੰ ਲਿਆਉਣਾ ਕੀਤਾ। ਆਵਤ ਪੁਨਹ ਦਵੈਸ਼ ਕੋ ਠਾਨਾ, ਤੇ ਇਹਨੇ ਜ਼ਬਰਦਸਤੀ ਆਪ ਨੂੰ ਦਿੱਲੀ ਦੇ ਵਿੱਚ ਬੁਲਾਉਣਾ ਕੀਤਾ। ਹੁਣ ਆਪ ਜੀ ਜਦੋਂ ਦਿੱਲੀ ਦੇ ਵਿੱਚ ਵੀ ਆਏ ਤੇ ਬਾਦਸ਼ਾਹ ਨੂੰ ਤਾਂ ਆਪ ਨੇ ਨਹੀਂ ਮਿਲਣਾ ਕੀਤਾ, ਫਿਰ ਵੀ ਇਹ ਵਿਅਰਥ ਦੇ ਵਿੱਚ ਬੜਾ ਦਵੈਸ਼ ਕਰ ਰਿਹਾ ਹੈ। ਬੈਠ ਸਭਾ ਮਹਿ ਬਾਖ ਬਖਾਨਾ, ਇਹਨੇ ਮਹਾਰਾਜ ਜੀ ਹੱਦ ਤਾਂ ਉਦੋਂ ਵੱਧ ਗਈ। ਇਹਨੇ ਸਭਾ ਦੇ ਵਿੱਚ ਬੈਠ ਕਰਕੇ ਆਪ ਜੀ ਦੇ ਪ੍ਰਤੀ ਸ਼ਰਾਬ ਦਾ ਬਚਨ, ਜਿਹੜਾ ਬਹੁਤ ਭੱਦਾ ਬਚਨ, ਸ਼ਰਾਬ ਦਾ ਬਚਨ ਉਚਾਰਨ ਕਰਨਾ ਕੀਤਾ। ਆਜ ਸੀਤਲਾ ਕੋ ਸਿਸ ਆਹਾ, ਜਦੋਂ ਮਹਾਰਾਜ ਬਾਦਸ਼ਾਹ ਦੀ ਸਭਾ ਦੇ ਵਿੱਚ ਉਮਰਾਵ ਜਿਹੜੇ ਵਜ਼ੀਰ ਖਾਸ ਜਿਹੜੇ ਸਨ, ਉਹਨਾਂ ਨੇ ਜਦੋਂ ਆਪ ਜੀ ਦਾ ਜਸ ਕਰਨਾ ਕੀਤਾ ਤੇ ਆਪ ਜੀ ਦਾ ਵੱਡਾ ਭਰਾ ਰਾਮ ਰਾਏ ਕਹਿਣ ਲੱਗਾ, ਐਵੇਂ ਭਾਈ ਛੋਟੇ ਬੱਚੇ ਦਾ ਤੁਸੀਂ ਜਸ ਕਰ ਰਹੇ ਹੋ, ਉਹਦੇ ਵਿੱਚ ਕਾਹਦੀ ਵਡਿਆਈ ਹੈ? ਇਹ ਅੱਜ ਨਹੀਂ ਤਾਂ ਕੱਲ ਸੀਤਲਾ ਦਾ ਖਾਜਾ ਬਣ ਜਾਵੇਗਾ। ਖਾਜਾ, ਖਾਜਾ ਦਾ ਮਤਲਬ ਕਿ ਇਹ ਬਿਮਾਰੀ ਜਿਹੜੀ ਹੈ ਚੇਚਕ ਦੀ ਬਿਮਾਰੀ, ਚੇਚਕ ਦੀ ਬਿਮਾਰੀ ਨੇ ਇਹਨਾਂ ਨੂੰ ਖਾ ਜਾਣਾ। ਚੇਚਕ ਦੀ ਬਿਮਾਰੀ ਕਰਕੇ ਖਤਮ ਹੋ ਜਾਣਗੇ। ਗੁਰਤਾ ਕਹਾਂ ਕਰਹਿ ਮ੍ਰਿਤੂ ਲਹਾ, ਇਹ ਗੁਰਤਾ ਗਤੀ ਕੀ ਕਰ ਸਕਦੇ ਹਨ? ਇਹਨਾਂ ਨੂੰ ਤਾਂ ਮੌਤ ਪ੍ਰਾਪਤ ਹੋ ਜਾਵੇਗੀ, ਜ਼ਿਆਦਾ ਸਮਾਂ ਨਹੀਂ। ਤੁਸੀਂ ਦੇਖੋ ਇੱਥੇ ਹੀ ਦਿੱਲੀ ਦੇ ਵਿੱਚ ਇਹਨਾਂ ਦਾ ਕਾਲ ਆ ਜਾਵੇਗਾ। ਇਸ ਤਰ੍ਹਾਂ ਮਹਾਰਾਜ ਆਪ ਜੀ ਨੇ ਭਰਾ ਨੇ ਆਪ ਜੀ ਦੇ ਪ੍ਰਤੀ ਇਹ ਸ਼ਰਾਬ ਦੇਣਾ ਕੀਤਾ। ਇਤਿਆਦਿਕ ਬੋਲਿਓ ਦੁਖ ਪਾਏ, ਇਹ ਤਾਂ ਕੁਛ ਨਹੀਂ ਮਹਾਰਾਜ, ਔਰ ਵੀ ਇਹਨੇ ਬਹੁਤ ਦੁਖਦਾਈ ਬਚਨ ਆਪ ਜੀ ਦੇ ਪ੍ਰਤੀ ਉਚਾਰਨ ਕਰਨੇ ਕੀਤੇ। ਕਿ ਮਹਿਮਾ ਜਰੀ ਨਾ ਜਾਏ, ਆਪ ਜੀ ਦੀ ਮਹਿਮਾ ਜਿਹੜੀ ਹੈ ਇਹ ਪਾਪੀ ਜਰ ਨਹੀਂ ਸਕ ਰਿਹਾ। ਹਰਿ ਕ੍ਰਿਸ਼ਨ ਆਛੋਭ ਬਖਾਨਾ, ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਸ਼ੋਭ ਹਨ, ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਗਮ ਤੇ ਕੋਈ ਆਨੰਦ ਨਹੀਂ ਹੈ। ਜੋ ਨਹਿ ਕਹੈ ਤਾ ਕੁਛ ਨਹਿ ਜਾਣਾ, ਤੇ ਮਹਾਰਾਜ ਜੀ ਨੇ ਫਿਰ ਬਚਨ ਕਰਨਾ ਕੀਤਾ। ਜਦੋਂ ਇਸ ਤਰ੍ਹਾਂ ਦੇ ਇਹਨੇ ਬਚਨ ਕੀਤਾ ਤੇ ਫਿਰ ਮਹਾਰਾਜ ਜੀ ਨੇ ਕਿਹਾ ਕਿ ਭਾਈ ਜੇ ਅਸੀਂ ਹੁਣ ਕੋਈ ਬਚਨ ਨਹੀਂ ਕਰਦੇ ਹਾਂ ਤਾਂ ਤੇ ਹਮ ਵੀ ਤਿਸ ਕੋ ਕਹਾ, ਤਾਂ ਲੋਕਾਂ ਨੇ ਕਹਿ ਦੇਣਾ ਕਿ ਦੇਖੋ ਜੀ ਰਾਮ ਰਾਏ ਦੇ ਵਿੱਚ ਤਾਂ ਸ਼ਕਤੀ ਆ, ਉਹਨੇ ਤਾਂ ਸ਼ਰਾਬ ਦੇ ਦਿੱਤਾ, ਲੇਕਿਨ ਗੁਰੂ ਮਹਾਰਾਜ ਜੀ ਦੇ ਵਿੱਚ ਕੋਈ ਸ਼ਕਤੀ ਨਹੀਂ ਹੈ। ਤੇ ਜੇ ਸ਼ਕਤੀ ਹੁੰਦੀ ਤੇ ਇਹਨਾਂ ਨੇ ਆਪਣੀ ਰੱਖਿਆ ਕਰਨੀ ਜਾਂ ਇਹਨਾਂ ਨੇ ਵੀ ਕੋਈ ਬਚਨ ਕਰਨਾ, ਇਹਨਾਂ ਨੇ ਲੇਕਿਨ ਕੋਈ ਬਚਨ ਨਹੀਂ ਕਰਨਾ ਕੀਤਾ। ਇਹਦੇ ਨਾਲ ਫਿਰ ਸਿੱਖਾਂ ਦੇ ਮਨ ਦੇ ਵਿੱਚ
ਗੁਰੂ ਮਹਾਰਾਜ ਜੀ ਦੇ ਪ੍ਰਤੀ, ਗੁਰੂ ਨਾਨਕ ਦੇਵ ਜੀ ਦੀ ਪਾਵਨ ਜੋਤ ਦੇ ਪ੍ਰਤੀ ਸ਼ਰਧਾ ਹਟ ਜਾਵੇਗੀ, ਟੁੱਟ ਜਾਵੇਗੀ। अपन कहन को जिम फल लहा। ਮਹਾਰਾਜ ਜੀ ਨੇ ਬਚਨ ਕੀਤਾ, ਇਹਨੇ ਜਿਹੜਾ ਬਚਨ ਕੀਤਾ ਨਾ ਭਾਈ, ਇਹ ਅਵਗਿਆ ਵਾਲਾ ਬਚਨ, ਇਹਦਾ ਫਲ ਇਹਨੂੰ ਜ਼ਰੂਰ ਪ੍ਰਾਪਤ ਹੋਵੇਗਾ। केशर सो हम नह मिल है। ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਗੁਰਮੁਖੋ ਯਾਦ ਰੱਖੋ, ਸਾਡਾ ਪ੍ਰਣ ਅਖੀਰ ਤੱਕ ਇੰਜ ਹੀ ਚੱਲੇਗਾ ਕਿ ਨਹਿ ਮਲੇਸ਼ ਕੋ ਦਰਸ਼ਨ ਦੈ ਹੈ। ਅਸੀਂ ਇਸ ਮਲੇਸ਼ ਪਾਪੀ ਨੂੰ, ਤੁਰਕੇਸ਼ਰ ਨੂੰ ਆਪਣਾ ਦਰਸ਼ਨ ਨਹੀਂ ਦੇਣਾ। क्यों मत्सर ज्वाला सो जल है। ਇਹ ਐਵੇਂ ਵਿਅਰਥ ਦੇ ਵਿੱਚ, ਈਰਖਾ ਦੀ ਆਗ ਦੀ ਜਵਾਲਾ ਦੇ ਵਿੱਚ ਇਹ ਕਿਉਂ ਸੜ ਰਿਹਾ? ਚਲੋ ਅਸੀਂ ਜਾ ਕਰਕੇ ਉਹਨੂੰ ਮਿਲਦੇ ਆ, ਇਹਦੇ ਬਰਖਿਲਾਫ ਕੁਝ ਬੋਲਦੇ ਆ, ਇਹਦੀਆਂ ਸ਼ਿਕਾਇਤਾਂ ਕਰਦੇ ਆ, ਤਾਂ ਚਲੋ ਆਪਾਂ ਮੰਨ ਸਕਦੇ ਕਿ ਦੇਖੋ ਜੀ ਰਾਮ ਰਾਏ ਨੇ ਮਹਾਰਾਜ ਜੀ ਦੀ ਸ਼ਿਕਾਇਤ ਕੀਤੀ ਹੈ, ਤੇ ਦੂਜੇ ਪਾਸੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਾਂ ਉਹਨਾਂ ਦੇ ਬੰਦਿਆਂ ਨੇ ਜਾ ਕਰਕੇ ਰਾਮ ਰਾਏ ਦੀ ਸ਼ਿਕਾਇਤ ਕਰਨੀ ਕੀਤੀ। ਇੱਥੇ ਤਾਂ ਮਾਮਲਾ ਜਿਹੜਾ ਬਰਾਬਰ ਦਾ ਹੋ ਜਾਵੇਗਾ। ਫਿਰ ਆਪਾਂ ਕਹਿ ਸਕਦੇ ਹਾਂ ਜੀ ਟਾਲੀ ਇੱਕ ਹੱਥ ਨਾਲ ਨਹੀਂ ਵੱਜਦੀ, ਦੋਵੇਂ ਹੱਥਾਂ ਦੇ ਨਾਲ ਟਾਲੀ ਵੱਜਦੀ ਹੈ। ਰਾਮ ਰਾਏ ਨੇ ਵੀ ਘੱਟ ਨਹੀਂ ਕੀਤਾ, ਲੇਕਿਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਪੂਰਾ ਇਹਦਾ ਜਵਾਬ ਦਿੱਤਾ। ਦੋਹਾਂ ਹੱਥਾਂ ਦੇ ਨਾਲ ਫਿਰ ਟਾਲੀ ਵੱਜਦੀ ਹੈ। ਲੇਕਿਨ ਮਹਾਰਾਜ ਨੇ ਕਿਹਾ, ਅਸੀਂ ਜਦੋਂ ਕਹਿ ਦਿੱਤਾ ਕਿ ਬਾਦਸ਼ਾਹ ਤੇਰੇ ਕੋਲ ਆਣਾ ਨਹੀਂ ਹੈ, ਤੈਨੂੰ ਦਰਸ਼ਨ ਨਹੀਂ ਦੇਣਾ, ਫਿਰ ਵੀ ਇਹ ਕਿਉਂ ਈਰਖਾ ਕਰਦਾ? ਹਾਂ ਚਲੋ ਅਸੀਂ ਜਾ ਕਰਕੇ ਇਹਦੇ ਖਿਲਾਫ ਕੋਈ ਸ਼ਿਕਾਇਤਾਂ ਕਰਦੇ ਹਾਂ, ਜਾਂ ਇਹਦੇ ਬਰਖਿਲਾਫ ਕੁਝ ਬੋਲਦੇ ਆ, ਇਹਦੇ ਵਿਰੁੱਧ ਅਸੀਂ ਕੋਈ ਮੁਕੱਦਮਾ ਦਾਇਰ ਕਰਦੇ ਆ, ਦਰਜ ਕਰਦੇ ਆ, ਤਾਂ ਅਸੀਂ ਦੋਸ਼ੀ ਅਖਵਾ ਸਕਦੇ। ਲੇਕਿਨ ਅਸੀਂ ਤਾਂ ਕੁਝ ਨਹੀਂ ਕੀਤਾ, ਫਿਰ ਵੀ ਇਹ ਵਿਅਰਥ ਦੇ ਵਿੱਚ ਸਾਡੇ ਪ੍ਰਤੀ ਕਿਉਂ ਸੜਦਾ ਜਾ ਰਿਹਾ? नाते जब लग जीवत रहा। ਇਸ ਕਰਕੇ ਹੁਣ ਸਤਿਗੁਰੂ ਮਹਾਰਾਜ ਨੇ ਵੀ ਬਚਨ ਕੀਤਾ। ਇਹ ਤਾਂ ਸਾਧ ਸੰਗਤ ਜੀ ਉਹ ਬਚਨ ਹੋਇਆ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਰੰਗ ਲੈ ਕਮਾਣੰ ਹਣੰ ਬਾਣ ਤਾਣੰ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਹ ਜਿਹੜਾ ਬਚਨ ਭੰਗਾਣੀ ਦੀ ਜੰਗ ਦੇ ਵਿੱਚ, ਰਣ ਭੂਮੀ ਦੇ ਵਿੱਚ ਇਹ ਬਚਨ ਉਚਾਰਨ ਕਰਨਾ ਕੀਤਾ। ਇਹ ਜਿਹੜਾ ਬਚਨ ਉਚਾਰਨ ਕੀਤਾ ਨਾ ਸਾਧ ਸੰਗਤ ਜੀ, ਪਹਾੜੀ ਰਾਜਿਆਂ ਦਾ ਇੱਕ ਬਹੁਤ ਵੱਡਾ ਰਾਜਾ ਸੀ, ਬਹੁਤ ਵੱਡਾ ਧਨੁਰਧਰ ਸੀ। ਉਹਨੂੰ ਉਸ ਜ਼ਮਾਨੇ ਦਾ ਅਰਜੁਨ ਕਿਹਾ ਜਾਂਦਾ ਸੀ, ਅਰਜੁਨ ਪੁਰਸਕਾਰ ਉਹਨੂੰ ਦਿੱਤਾ ਗਿਆ। ਜਦੋਂ ਤੀਰ ਚਲਾਉਂਦਾ ਨਾ, ਇੱਕ ਵੀ ਤੀਰ ਇਹਦਾ ਖਾਲੀ ਨਹੀਂ ਜਾਂਦਾ, ਤੇ ਇਹਨੂੰ ਬੜਾ ਮਾਣ ਸੀ। ਜਦੋਂ ਪਹਾੜੀਆਂ ਨੂੰ ਪਤਾ ਚੱਲਿਆ ਪਾਉਂਟਾ ਸਾਹਿਬ ਜੀ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਭੰਗਾਣੀ ਦੇ ਖੇਤਰ ਦੇ ਵਿੱਚ ਜਦੋਂ ਜੰਗ ਹੋਇਆ, ਪਹਾੜੀਆਂ ਨੂੰ ਜਦੋਂ ਪਤਾ ਚੱਲਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਹੁਤ ਵੱਡੇ ਧਨੁਰਧਾਰੀ ਹਨ ਤੇ ਇਹਨਾਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ, ਉਸ ਵੇਲੇ ਪਹਾੜੀਆਂ ਨੇ ਕਿਹਾ, ਕੀ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧਨੁਰਧਾਰੀ ਹਨ, ਉਹਨਾਂ ਤੋਂ ਵੀ ਵੱਡਾ ਧਨੁਰਧਾਰੀ ਸਾਡੇ ਕੋਲ ਹਰੀ ਚੰਦ ਹੈ। ਹਰੀ ਚੰਦ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਮੁਕਾਬਲਾ ਕਰੇਗਾ। ਜਦੋਂ ਜੰਗ ਭੂਮੀ ਦੇ ਵਿੱਚ ਹਰੀ ਚੰਦ ਜਿਹੜਾ ਮਹਾਰਾਜ ਜੀ ਦੇ ਸਾਹਮਣੇ ਆ ਗਿਆ, ਮਹਾਰਾਜ ਨੇ ਕਿਹਾ, ਹਰੀ ਚੰਦਾ ਅਸੀਂ ਤੈਨੂੰ 3 ਵਾਰ ਦਾ ਮੌਕਾ ਦਿੰਦੇ ਆ, 3 ਵਾਰੀ ਵਾਰ ਕਰਨਾ ਕਰ, ਕਿਉਂਕਿ ਸਾਨੂੰ ਪਤਾ ਕਿ ਸਾਡਾ ਜਿਹੜਾ ਝਟਕਾ ਹੁੰਦਾ ਪਟਕਾ ਨਹੀਂ ਹੁੰਦਾ। ਖਾਲਸੇ ਦੇ ਬੋਲੇ ਦੇ ਵਿੱਚ ਇੱਕੋ ਵਾਰ ਦੇ ਵਿੱਚ ਝਟਕਾ ਦੇਣਾ, ਖਤਮ ਕਰ ਦੇਣਾ, ਉਹਨੂੰ ਝਟਕਾ ਕਿਹਾ ਜਾਂਦਾ। ਦੂਜਾ ਵਾਰ ਜਿਹੜਾ ਚਲਾਉਂਦਾ ਉਹਨੂੰ ਆਪਾਂ ਪਟਕਾ ਕਹਿ ਦਿੰਦੇ ਆ। ਮਹਾਰਾਜ ਨੇ ਕਿਹਾ ਕਿ ਇੱਕੋ ਵਾਰ ਅਸਾਂ ਨੇ ਕਰਨਾ, ਤੇਰੀ ਮਨ ਦੀ ਗੱਲ ਮਨ ਵਿੱਚ ਹੀ ਰਹਿ ਜਾਵੇਗੀ। ਉਹਨੂੰ 3 ਵਾਰ ਦਾ ਮੌਕਾ ਦਿੱਤਾ। ਪਹਿਲਾ ਤੀਰ ਚਲਾਇਆ, ਕੰਨ ਛੂ ਕਰਕੇ ਦੇ ਨਾਲ ਨਿਕਲ ਗਿਆ। ਦੂਜਾ ਤੀਰ ਵੀ ਚਲਾਇਆ, ਉਹ ਵੀ ਮਹਾਰਾਜ ਜੀ ਦੇ ਦਸਤਾਰ ਨੂੰ ਲੱਗ ਕਰਕੇ ਨਿਕਲ ਗਿਆ। ਤੀਜਾ ਤੀਰ ਜਿਹੜਾ ਜਦੋਂ ਉਹਨੇ ਚਲਾਇਆ ਨਾ, ਸਤਿਗੁਰੂ ਮਹਾਰਾਜ ਜੀ ਦੇ ਪੇਟ ਦੇ ਵਿੱਚ ਪੇਟੀ ਸੀ, ਉਹ ਪੇਟੀ ਨੂੰ ਚੀਰ ਕਰਕੇ ਚੁਬੀ ਚਿੰਚ ਚਰਮੰ ਕਛੂ ਘਾ ਨਾ ਆਯੰ, ਕਲੰ ਕੇਵਲੰ ਦਾਸ ਜਾਣੰ ਬਚਾਯੰ। ਭਾਵ ਕਿ ਥੋੜੀ ਕੋ ਤੀਰ ਜਿਹੜੀ ਹੈ, ਤੇ ਤੁਸੀਂ ਵਿਚਾਰ ਕਰੋ, ਲੋਹੇ ਦੀ ਡੱਬੀ ਸੀ ਮਹਾਰਾਜ ਜੀ ਦੇ ਪੇਟ ਦੇ ਵਿੱਚ, ਬੱਖੀ ਦੇ ਵਿੱਚ। ਉਹ ਲੋਹੇ ਦੀ ਡੱਬੀ ਨੂੰ ਪਾੜ ਕਰਕੇ ਉਹਦੀਆਂ 2 ਪਰਤਾਂ ਹੁੰਦੀਆਂ ਡੱਬੀ ਦੀਆਂ, ਉਤਲੀ ਤੇ ਥਲੜੀ, ਉਹਨਾਂ ਦੋਵਾਂ ਨੂੰ ਚੀਰ ਕੇ ਪਾੜ ਕਰਕੇ ਤੇ ਤੀਰ ਜਿਹੜਾ ਜਦੋਂ ਅੰਦਰ ਖੁੱਬਿਆ, ਉਸ ਵੇਲੇ ਮਹਾਰਾਜ ਜੀ ਨੇ ਕਿਹਾ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ।
ਜਦੋਂ ਇਹਦਾ ਬਾਣ ਲੱਗਿਆ ਨਾ, ਉਸ ਤੋਂ ਪਹਿਲੇ ਤੱਕ ਮਨ ਵਿੱਚ ਰੋਸ ਨਹੀਂ ਸੀ। ਮਹਾਰਾਜ ਜੀ ਤਾਂ ਉਂਝ ਹੀ ਖੇਲ ਤਮਾਸ਼ਾ ਕਰਕੇ ਜੰਗ ਕਰ ਰਹੇ ਸਨ, ਲੇਕਿਨ ਜਦੋਂ ਬਾਣ ਲੱਗਿਆ, ਜ਼ਖਮ ਆਇਆ, ਮਹਾਰਾਜ ਨੇ ਕਿਹਾ ਇਹਨੂੰ ਹੁਣ ਜਵਾਬ ਦੇਣਾ ਪਵੇਗਾ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਇੱਥੇ ਮਹਾਰਾਜ ਜੀ ਨੇ ਕਿਹਾ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ ਕਿ ਭਾਈ ਹੁਣ ਤੱਕ ਤਾਂ ਅਸੀਂ ਟਾਲਦੇ ਕਿ ਚਲੋ ਜੀ ਛੱਡੋ ਭਾਈ, ਮੂਰਖ ਹੈ, ਨਾ ਸਮਝਿਆ, ਟਾਲਦੇ ਜਾਓ ਕਰਕੇ, ਲੇਕਿਨ ਹੁਣ ਇਹ ਗੱਲ ਜਿਹੜੀ ਆ ਸਿਰ ਦੇ ਉੱਤੇ ਚੜ ਗਈ ਹੈ। ਸਿਆਣੇ ਕਹਿੰਦੇ ਨਾ ਕਿ ਪਾਣੀ ਜਿਹੜਾ, ਜਦੋਂ ਪਾਣੀ ਦੇ ਵਿੱਚ ਕੋਈ ਬੰਦਾ ਖੜਦਾ ਇੱਕ ਹੱਦ ਤੱਕ ਠੀਕ ਹੁੰਦਾ, ਲੇਕਿਨ ਜਦੋਂ ਮੂੰਹ ਦੇ ਉੱਤੇ ਜਦੋਂ ਪਾਣੀ ਚੜ ਜਾਵੇ, ਉਸ ਵੇਲੇ ਬੰਦੇ ਨੂੰ ਹੱਥ ਪੈਰ ਮਾਰਨੇ ਚਾਹੀਦੇ ਹਨ। ਜੇ ਉਸ ਵੇਲੇ ਉਹ ਹੱਥ ਪੈਰ ਨਹੀਂ ਮਾਰਦਾ ਤੇ ਪਾਣੀ ਨੇ ਉਹਨੂੰ ਡੋਬ ਕੇ ਰੱਖ ਦੇਣਾ, ਉਹਨੂੰ ਡੁਬਾ ਦੇਣਾ। ਮਹਾਰਾਜ ਨੇ ਕਿਹਾ ਹੁਣ ਪਾਣੀ ਜਿਹੜਾ ਵੱਧ ਗਿਆ, ਹੁਣ ਗੱਲ ਇਹ ਹੱਦ ਤੋਂ ਵੱਧ ਹੋ ਰਹੀ ਹੈ, ਕਿਉਂਕਿ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਹਾਰਾਜ ਨੂੰ ਪਤਾ ਕਿ ਇਹਦਾ ਬਚਨ ਵੀ ਵਿਅਰਥ ਨਹੀਂ ਜਾਣਾ। ਇਹਨੇ ਜਿਹੜਾ ਬਚਨ ਕੀਤਾ ਨਾ, ਕਿਉਂਕਿ ਗੁਰੂ ਹਰਿਰਾਜ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ ਸੀ ਕਿ ਬੇਟਾ ਤੇਰੀ ਰਸਨਾ ਦੇ ਵਿੱਚ ਸਾਡਾ ਵਾਸਾ ਹੋਵੇਗਾ। ਜੋ ਤੂੰ ਬਚਨ ਕਰੇਗਾ, ਭਾਵੇਂ ਸੁਖ ਦਾ ਬਚਨ ਹੋਵੇ, ਭਾਵੇਂ ਉਹ ਦੁੱਖ ਦਾ ਬਚਨ ਹੋਵੇ, ਤਤਕਾਲ ਉਹ ਬਚਨ ਪੂਰਾ ਹੋ ਜਾਵੇਗਾ। ਮਹਾਰਾਜ ਨੇ ਬਚਨ ਕੀਤਾ, ਸੋ ਹੁਣ ਇਹਦਾ ਬਚਨ ਤਾਂ ਪੂਰਾ ਹੋਣ ਵਾਲਾ ਹੈ। ਜੇ ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਮਨਾਂ 'ਚ ਅਸੀਂ ਚੁੱਪ ਰਹਿ ਜਾਂਦੇ, ਗੁਰਮੁਖੋ ਯਾਦ ਰੱਖੋ, ਕਈ ਵਾਰੀ ਜਿਹੜੇ ਮੂਰਖ ਲੋਕ ਹੁੰਦੇ, ਨਾ ਸਮਝ ਲੋਕ ਹੁੰਦੇ, ਇਹ ਆਪਾਂ ਪ੍ਰੈਕਟੀਕਲੀ ਵੀ ਵੇਖ ਸਕਦੇ ਹਾਂ ਜ਼ਮਾਨੇ ਦੇ ਵਿੱਚ। ਅੱਜ ਵੀ ਕਈ ਵਾਰੀ ਆਪਾਂ ਨਿਮਰਤਾ ਦੇ ਨਾਲ ਪੇਸ਼ ਆਉਂਦੇ ਹਾਂ, ਲੇਕਿਨ ਉਹਨਾਂ ਪਾਪੀਆਂ ਨੂੰ, ਮੂਰਖਾਂ ਨੂੰ ਲੱਗਦਾ ਉਹ ਨਿਮਰਤਾ ਨੂੰ ਕਮਜ਼ੋਰੀ ਸਮਝ ਬੈਂਦੇ ਹਨ। ਮਹਾਂਪੁਰਖਾਂ ਦੀ ਨਿਮਰਤਾ ਹੁੰਦੀ ਹੈ, ਸਤਿਪੁਰਖਾਂ ਦੀ ਨਿਮਰਤਾ ਹੁੰਦੀ ਹੈ। ਕੋਈ ਗਲਤੀ ਨਾ ਵੀ ਹੋਵੇ, ਕੋਈ ਗੱਲ ਨਾ ਵੀ ਹੋਵੇ, ਹੱਥ ਜੋੜ ਲੈਂਦੇ, ਚਲੋ ਭਈ ਰਹਿਣ ਦਿਓ। ਲੇਕਿਨ ਕਈ ਵਾਰੀ ਕੀ ਹੁੰਦਾ, ਕਈਆਂ ਨੂੰ ਲੱਗਦਾ ਕਿ ਭਾਈ ਇਹ ਜੀ ਇਹ ਤਾਂ ਇਹਨਾਂ ਦੀ ਇਹ ਨਿਮਰਤਾ ਨਹੀਂ ਹੈ, ਇਹ ਨਿਮਰਤਾ ਨੂੰ ਫਿਰ ਕਮਜ਼ੋਰੀ ਸਮਝ ਲੈਂਦੇ। ਫਿਰ ਸਾਧ ਸੰਗਤ ਜੀ ਇੱਥੇ ਧੋਖਾ ਖਾ ਜਾਂਦੇ। ਫਿਰ ਉਹਨਾਂ ਨੂੰ ਪਤਾ ਹੁੰਦਾ ਕਿ ਭਾਈ ਉਹ ਉਹਨਾਂ ਦੀ ਨਿਮਰਤਾ ਨੂੰ ਤੁਸਾਂ ਨੇ ਜੋ ਕਮਜ਼ੋਰੀ ਸਮਝਣੀ ਕੀਤੀ, ਕਮਜ਼ੋਰੀ ਨਹੀਂ ਹੈ। ਜੇ ਇੱਕ ਵੀ ਉਹ ਬਚਨ ਕਰ ਦਿੱਤਾ ਮਹਾਂਪੁਰਖ ਨੇ, ਤੇ ਤੁਹਾਡੀਆਂ ਕੁਲਾਂ ਦੀਆਂ ਕੁਲਾਂ ਗਰਕ ਜਾਣਗੀਆਂ, ਤੁਸੀਂ ਫਿਰ ਨਾਮੋ ਨਿਸ਼ਾਨ ਤੁਹਾਡਾ ਮਿਟ ਜਾਵੇਗਾ। ਕਿਉਂਕਿ ਇਹਨੇ ਇਹੀ ਸੋਚਿਆ ਸੀ, ਮਹਾਰਾਜ ਬੈਠ ਕਰਕੇ ਤਮਾਸ਼ਾ ਵੇਖਦੇ ਆ, ਇਹਦੇ ਨਾਲ ਗੁਰੂ ਘਰ ਦੀ ਵੀ ਨਿਰਾਦਰੀ ਹੁੰਦੀ ਹੈ। ਲੋਕਾਂ ਦਾ ਵਿਸ਼ਵਾਸ ਵੀ ਗੁਰੂ ਘਰ ਦੇ ਵਿੱਚੋਂ ਉੱਠ ਜਾਂਦਾ ਹੈ। ਹੁਣ ਦੇਖੋ ਪਿਛਲੇ ਦਿਨਾਂ ਦੇ ਵਿੱਚ ਜੋ ਹੁਣ ਕਰੰਟ ਜਿਹੜੇ ਗੁਰੂ ਘਰ ਦੇ ਵਿੱਚ ਮਸਲੇ ਚੱਲ ਰਹੇ ਸਨ, ਕਈ ਪਾਪੀਆਂ ਨੇ, ਮੂਰਖਾਂ ਨੇ ਗੁਰੂ ਘਰ ਦੇ ਵਿੱਚ ਆ ਕਰਕੇ ਬੇਅਦਬੀਆਂ ਕਰਨੀਆਂ ਕੀਤੀਆਂ। ਇਹ ਤੋਂ ਪਹਿਲੇ ਵੀ ਕਈ ਵਾਰੀ ਬੇਅਦਬੀ ਕਰਦੇ ਸੀ, ਤੇ ਗੁਰੂ ਕੇ ਸਿੰਘ, ਗੁਰੂ ਕੇ ਲਾਲ ਕੀ ਕਰਦੇ ਜੀ, ਚਲੋ ਪਕੜ ਕੇ ਚਾਟਾ ਛਕਾ ਦਿੱਤਾ ਤੇ 2-4 ਚਪੇੜਾ ਮਾਰ ਕਰਕੇ ਪੁਲਿਸ ਵਾਲਿਆਂ ਨੂੰ ਦੇ ਦਿੰਦੇ। ਤੇ ਫਿਰ ਅੱਗੇ ਉਹ ਕੀ ਕਰਦੇ ਸੀ, ਪਰਚਾ ਦਾਖਲ ਕਰ ਲੈਂਦੇ। ਤੇ ਕੋਰਟ ਕਚਹਿਰੀਆਂ ਦਾ ਤਾਂ ਤੁਹਾਨੂੰ ਪਤਾ ਹੁੰਦਾ ਹੈ ਕਿ ਇੱਥੇ ਬਹੁਤਾਤ ਦੇ ਵਿੱਚ ਅਪਰਾਧੀ ਕਿਸ ਤਰ੍ਹਾਂ ਵੀ ਦਲੀਲਾਂ ਦੇ ਕਰਕੇ ਛੁੱਟ ਜਾਂਦੇ। ਫਿਰ ਇਹੋ ਜਿਹੇ ਬੰਦੇ ਛੁੱਟ ਕਰਕੇ ਕਹਿੰਦੇ ਸੀ ਕਿ ਨਹੀਂ ਜੀ ਅਸੀਂ ਤਾਂ ਗੁਰੂ ਘਰ ਦੀ ਜਾਨ ਮੁੱਚ ਕੇ ਬੇਅਦਬੀ ਕੀਤੀ। ਫਿਰ ਉਹ ਬਾਹਾਂ ਠੋਕ ਕੇ ਬੋਲਦੇ ਕਿ ਅਸਾਂ ਇਹ ਕੀਤਾ, ਉਹ ਕੀਤਾ, ਤੁਸਾਂ ਕੀ ਕਰ ਲਿਆ। ਫਿਰ ਸਾਧ ਸੰਗਤ ਜੀ ਖਾਲਸੇ ਨੇ ਜਦੋਂ ਸੌਦਾ ਲਾਉਣਾ ਸ਼ੁਰੂ ਕਰ ਦਿੱਤਾ ਹੈ, ਫਿਰ ਕਈ ਜਿਹੜੇ ਮੂਰਖ ਜਿਹੜੇ ਗੁਰੂ ਘਰ ਦੇ ਵਿੱਚ ਬੇਅਦਬੀਆਂ ਕਰਦੇ ਜਦੋਂ ਪਕੜੇ ਜਾਂਦੇ ਸਨ, ਚੰਗੀ ਤਰ੍ਹਾਂ ਸੌਦਾ ਲਾ ਕਰਕੇ ਨਰਕਾਂ ਦੀ ਗੱਡੀ ਚਾੜ ਦਿੱਤਾ ਹੈ। ਫਿਰ ਦੂਜਿਆਂ ਦੀ ਅਕਲ ਟਿਕਾਣੇ ਆ ਗਈ। ਫਿਰ ਪਤਾ ਲੱਗਿਆ ਉਹ ਇਹ ਕੰਮ ਨਹੀਂ ਕਰਨਾ ਚਾਹੀਦਾ ਭਾਈ। ਜੇ ਹੱਥ ਚੜ ਗਏ ਨਾ, ਖਾਲਸੇ ਨੇ ਬਖਸ਼ਣਾ ਨਹੀਂ ਹੈ, ਝਟਕਾ ਕੇ ਰੱਖ ਦੇਣਾ। ਫਿਰ ਮੱਤ ਜਿਹੜੀ ਹੈ, ਜੋ ਮਹਾਰਾਜ ਨੇ ਕਿਹਾ ਨਾ, ਮੂਰਖ ਗੰਢ ਪਵੈ ਮੋਹ ਮਾਰ, ਜਦੋਂ ਤੱਕ ਮੂਰਖ ਨੂੰ ਚਪੇੜਾ ਨਹੀਂ ਵੱਜਦੀਆਂ, ਮਾਰ ਨਹੀਂ ਪੈਂਦੀ, ਉਦੋਂ ਤੱਕ ਉਹਦੀ ਮੱਤ ਵੀ ਟਿਕਾਣੇ ਨਹੀਂ ਆਉਂਦੀ ਹੈ। ਸੱਚਾ ਬਚਨ ਹੈ। ਮਹਾਰਾਜ ਨੇ ਕਿਹਾ ਕਿ ਜੇ ਅਸੀਂ ਇਹਨੂੰ ਜਵਾਬ ਨਹੀਂ ਦਿੰਦੇ ਆ, ਨਹੀਂ ਕਹਿੰਦੇ ਆ, ਇਹਨੇ ਸਾਡੀ ਨਿਮਰਤਾ ਨੂੰ ਕਮਜ਼ੋਰੀ ਕਹਿ ਦੇਣਾ ਤੇ ਸਿੱਖਾਂ ਦਾ ਵਿਸ਼ਵਾਸ ਗੁਰੂ ਘਰ ਦੇ ਪ੍ਰਤੀ ਉੱਠ ਜਾਵੇਗਾ। ਇਹਨਾਂ ਨੇ ਕਹਿਣਾ ਜੀ ਗੁਰੂ ਘਰ ਦੇ ਵਿੱਚ ਤਾਂ ਕੋਈ ਸ਼ਕਤੀਆਂ ਨਹੀਂ ਹੁੰਦੀਆਂ। ਤੇ ਇਸ ਕਰਕੇ ਗੁਰੂ ਘਰ ਦਾ ਸਿਧਾਂਤ ਬਰਕਰਾਰ ਰੱਖਣ ਦੇ ਲਈ, ਗੁਰੂ ਘਰ ਨੂੰ ਔਰ ਚੜ੍ਹਦੀ ਕਲਾ ਦੇ ਵਿੱਚ ਲਿਆਉਣ ਦੇ ਲਈ, ਨਾਲ ਸਿੱਖਾਂ ਦੇ ਮਨ ਦੇ ਵਿੱਚ ਵਿਸ਼ਵਾਸ ਪੈਦਾ ਕਰਨ ਦੇ ਲਈ ਕਿ ਸਤਿਗੁਰੂ ਮਹਾਰਾਜ ਤੇ ਗੁਰੂ ਘਰ ਦੇ ਵਿੱਚ ਜਾਗਤ ਜੋਤ ਵਿਰਾਜਮਾਨ ਹੈ।
ਜੋ ਵੀ ਮਹਾਰਾਜ ਜੀ ਨੇ ਬਚਨ ਕਰ ਦਿੱਤਾ ਪਾਤਸ਼ਾਹ ਜੀ ਦਾ ਬਚਨ ਜ਼ਰੂਰ ਪੂਰਾ ਹੋਵੇਗਾ। ਇਹ ਗੱਲ ਨੂੰ ਪ੍ਰਗਟ ਕਰਨ ਦੇ ਲਈ, ਸਿੱਧ ਕਰਨ ਦੇ ਲਈ ਸਤਿਗੁਰੂ ਮਹਾਰਾਜ ਜੀ ਨੇ ਇਹ ਕਰੋਪੀ ਦਾ ਸ਼ਰਾਬ ਦਾ ਬਚਨ ਜਿਹੜਾ ਉਚਾਰਨ ਕਰਨਾ ਕੀਤਾ। ਸ਼ਰਾਬ ਵੀ ਸਾਧ ਸੰਗਤ ਜੀ ਬੰਦਾ ਨਿੱਜੀ ਸਵਾਰਥਾਂ ਦੇ ਵਿੱਚ ਦਿੰਦਾ, ਲੇਕਿਨ ਕਈ ਵਾਰੀ ਕਿਹਨੂੰ ਆਪਾਂ ਸ਼ਰਾਬ ਵੀ ਦਿੰਦੇ ਨਾ, ਯਾਦ ਰੱਖੋ ਸ਼ਰਾਬ ਵੀ ਜੇ ਦਿੱਤਾ ਜਾਂਦਾ ਤੇ ਉਹਦੇ ਵਿੱਚ ਵੀ ਉਹਦਾ ਭਲਾ ਤੇ ਗੁਰੂ ਘਰ ਦੀ ਚੜ੍ਹਦੀ ਕਲਾ ਹੁੰਦੀ ਹੈ। ਕਈ ਕੰਮ ਸਾਨੂੰ ਇਹੋ ਜਿਹੇ ਵੀ ਕਰਨੇ ਚਾਹੀਦੇ ਹਨ, ਕਰਨੇ ਪੈਂਦੇ ਸਮਾਂ ਇਹੋ ਜਿਹਾ ਆ ਜਾਂਦਾ, ਇਹੋ ਜਿਹੀ ਵਿਧ ਬਣ ਕੇ ਆ ਜਾਂਦੀ ਹੈ। ਉਸ ਵੇਲੇ ਇਹੋ ਜਿਹਾ ਕੰਮ ਜਦੋਂ ਕਰਦੇ ਆ ਉਹਦੇ ਵਿੱਚ ਵੀ ਤੇ ਗੁਰੂ ਘਰ ਦੀ ਚੜ੍ਹਦੀ ਕਲਾ ਹੋ ਜਾਂਦੀ। ਸੋ ਇਸ ਕਰਕੇ ਗੁਰੂ ਘਰ ਦੀ ਚੜ੍ਹਦੀ ਕਲਾ ਦੇ ਲਈ, ਲੋਕਾਂ ਦਾ ਵਿਸ਼ਵਾਸ ਗੁਰੂ ਘਰ ਦੇ ਪ੍ਰਤੀ ਬਰਕਰਾਰ ਰੱਖਣ ਦੇ ਲਈ ਪਾਤਸ਼ਾਹ ਜੀ ਨੇ ਸਖਤੀ ਦਾ ਬਚਨ ਉਚਾਰਨ ਕੀਤਾ, ਜੋ ਅੱਗੇ ਆਵੇਗਾ ਆਪ ਸਰਵਣ ਕਰਨਾ ਕਰੋ। ਤਨ ਮਨ ਤੇ ਜਲਨੋ ਬਹੁ ਲਹਾ। ਸਤਿਗੁਰੂ ਮਹਾਰਾਜ ਨੇ ਕਿਹਾ ਨਾ ਭਾਈ ਇਹ ਈਰਖਾ ਕਰ ਰਿਹਾ ਨਾ, ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਚਨ ਕੀਤਾ, ਮੰਦਾ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਤਹਾਕ। ਇਹ ਜਿਹੜਾ ਸੁਲਹੀ ਖਾਨ ਚੜ ਕਰਕੇ ਆਇਆ, ਮੰਦਾ ਸੋਚਦਾ ਮਨ ਵਿੱਚ ਸਾੜਾ ਲੈ ਕਰਕੇ ਆਇਆ ਸੀ ਨਾ, ਗੁਰੂ ਘਰ ਨੂੰ ਸਾੜ ਦਵਾਂਗਾ। ਭਾਈ ਗੁਰੂ ਘਰ ਨੂੰ ਕੀ ਸਾੜਨਾ, ਖੁਦ